आसा महला पहला। सुण वड्डा आखै सब कोए, के वड वड्डा डिठा होए। कीमत पाए ना कहया जाए, कहने वाले तेरे रहे समाए। वड्डे मेरे साहिबा, गहर गंभीरा गुणी गहीरा। कोई ना जाने तेरा केता केवड़ चीरा रहा। सब सुरती मिल सुरत कमाई, सब कीमत मिल कीमत पाई। ज्ञानी ध्यानी गुर गुरहाई, कहन ना जाई तेरी तिल वड्याई। सब सत सब तप सब चंगियाइयां, सिद्धां पुरखां कीयां वड्याइयां। तुद विण सिद्धि किने ना पाईया, कर्म मिलै नाही ठाक रहाइया। आखण वाला क्या बेचारा, सिफती भरे तेरे भंडारा। जिस तू दे तिसे क्या चारा, नानक सच सवारण हारा। वाहिगुरू जी का खालसा, वाहिगुरू जी की फतेह। गुरु प्यारी साध संगत जी, ਸੋਦਰ ਬਾਣੀ ਦੀ ਜੋ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਕੱਲ ਤੱਕ ਆਪਾਂ ਸੋਦਰ ਦੇ ਪਹਿਲੇ ਸ਼ਬਦ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਆਪਾਂ ਦੂਸਰੇ ਸ਼ਬਦ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ, ਜਿਸ ਦਾ ਪਾਠ ਆਪਾਂ ਹੁਣੇ ਹੀ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਇਹ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਸ ਦਾ ਪਾਠ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਜੋ ਰਾਗ ਆਸਾ ਦੇ ਵਿੱਚ ਹੈ। ਜਿਵੇਂ ਕਿ ਆਪਾਂ ਜਪ ਬਾਣੀ ਦੀ ਜਦੋਂ ਵਿਚਾਰ ਆਰੰਭ ਕੀਤੀ ਸੀ, ਤੇ ਇੱਕ ਗੱਲ ਆਪਾਂ ਸਰੋਤਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਕਿ ਜਪ ਬਾਣੀ ਦੀਆਂ ਜਿੰਨੀਆਂ ਵੀ ਪੌੜੀਆਂ ਨੇ, ਉਹਨਾਂ ਦੀ ਵਿਚਾਰ ਆਪਾਂ ਅਖੀਰਲੀਆਂ ਤੁਕਾਂ ਤੋਂ ਆਰੰਭ ਕੀਤੀ ਸੀ। ਕਿਉਂਕਿ ਭਾਵੇਂ ਉਹ ਆਨੰਦ ਸਾਹਿਬ ਦੀ ਬਾਣੀ ਹੋਵੇ, ਚਾਹੇ ਉਹ ਕਿਸੇ ਵਾਰ ਦੀ ਗੱਲ ਕਰੀਏ, ਤਾਂ ਹਮੇਸ਼ਾ ਪੌੜੀ ਤੋਂ ਗੱਲ ਆਰੰਭ ਹੋਏਗੀ, ਅਤੇ ਪੌੜੀ ਵਿੱਚੋਂ ਸਭ ਤੋਂ ਗੱਲ ਵਧੀਆ ਤਰੀਕੇ ਨਾਲ ਸਮਝਣ ਲਈ ਸਾਨੂੰ ਅਖੀਰਲੀਆਂ ਤੁਕਾਂ ਦੀ ਸਹਾਇਤਾ ਲੈਣੀ ਪਵੇਗੀ ਕਿ ਗੁਰਦੇਵ ਜੀ ਨੇ ਕਿਸ ਵਿਸ਼ੇ ਦੀ ਗੱਲ ਕੀਤੀ ਹੈ। ਪਰ ਹੁਣ ਸ਼ਬਦ ਆਰੰਭ ਹੋ ਗਏ ਨੇ। ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਵਿੱਚ ਜਿਹੜਾ ਰਹਾਉ ਦਾ ਬੰਦ ਹੈ, ਉਹ ਸ਼ਬਦ ਦਾ ਕੇਂਦਰੀ ਭਾਵ ਹੈ। ਸ਼ਬਦ ਦੇ ਰਹਾਉ ਵਾਲੇ ਬੰਦ ਨੂੰ ਜਦੋਂ ਅਸੀਂ ਸਮਝ ਲਿਆ, ਫਿਰ ਸਾਨੂੰ ਬਾਕੀ ਸ਼ਬਦ ਦੀਆਂ ਤੁਕਾਂ ਸਮਝਣੀਆਂ ਸੌਖੀਆਂ ਹੋ ਜਾਣਗੀਆਂ। ਤੋ ਸਾਧ ਸੰਗਤ, ਗੁਰਦੇਵ ਪਿਤਾ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ, ਜਿਸ ਦਾ ਪਾਠ ਆਪਾਂ ਬੜੇ ਪਿਆਰ ਨਾਲ ਸਰਵਣ ਕੀਤਾ, ਇਹ ਉਹ ਬਾਣੀ ਹੈ ਜਿਹੜੀ ਅਸੀਂ ਰੋਜ਼ਾਨਾ ਆਪਣੇ ਘਰਾਂ ਵਿੱਚ ਸ਼ਾਮਾਂ ਨੂੰ ਪੜ੍ਹਦੇ ਹਾਂ, ਅਤੇ ਲਗਭਗ ਸਰੋਤਿਆਂ ਨੂੰ ਇਹ ਬਾਣੀ ਕੰਠ ਵੀ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਪਹਿਲੇ ਸ਼ਬਦ ਵਿੱਚ ਆਈ ਹੋਈ ਗੱਲ ਨੂੰ ਹੀ ਅੱਗੇ ਤੋਰ ਰਹੇ ਨੇ। ਜਿਵੇਂ ਗੁਰਦੇਵ ਜੀ ਨੇ ਸੋਦਰ ਵਾਲੇ ਸ਼ਬਦ ਵਿੱਚ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕੇ ਤੁਸੀਂ ਸਾਰਿਆਂ ਦੀ ਸੰਭਾਲ ਕਰਦੇ ਹੋ, ਉਹ ਦਰ ਘਰ ਕਿਹੋ ਜਿਹਾ ਹੈ? ਇਹ ਮਹਾਰਾਜ ਜੀ, ਇਹ ਇੱਕ ਕੁਐਸਚਨ ਹੈ, ਸਵਾਲ ਹੈ ਵੀ ਅਜੇ ਤੱਕ ਬਹੁਤਿਆਂ ਨੇ ਵੇਖਿਆ ਵੀ ਨਹੀਂ, ਪਰ ਗਾਉਣ ਦੇ ਦਾਅਵਾ ਪਏ ਕਰਦੇ ਹਨ। ਪਰ ਨਾਲ ਨਾਲ ਸਾਨੂੰ ਉਹਦੇ ਹੁਕਮ ਵਿੱਚ ਤੁਰਨ ਦੀ ਪ੍ਰੇਰਨਾ ਵੀ ਦਿੱਤੀ ਹੈ ਕਿ ਉਹਦੀ ਰਜਾ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ, ਭਾਈ ਉੱਥੇ ਹੁਕਮ ਅਦੂਲੀ ਨਹੀਂ ਚੱਲਣੀ, ਉਹਦੀ ਰਜਾ ਵਿੱਚ ਤੁਰ ਕੇ ਆਪਣੇ ਜੀਵਨ ਨੂੰ ਸੁਚਾਰਾ ਬਣਾਇਆ ਜਾ ਸਕਦਾ ਹੈ। ਤੋ ਜਿਸ ਸ਼ਬਦ ਦਾ ਆਪਾਂ ਪਾਠ ਸਰਵਣ ਕੀਤਾ, ਇਹਦਾ ਰਹਾਉ ਦਾ ਬੰਦ ਹੈ, ਜਿਸ ਵਿੱਚ ਗੁਰਦੇਵ ਜੀ ਕਹਿੰਦੇ ਨੇ, ਵੱਡੇ ਮੇਰੇ ਸਾਹਿਬਾ, ਇਹ ਮੇਰੇ ਸਾਹਿਬ ਜੀ ਤੁਸੀਂ ਬਹੁਤ ਵੱਡੇ ਹੋ, ਗਹਿਰ ਗੰਭੀਰਾ ਗੁਣੀ ਗਹੀਰਾ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਗਹਿਰ ਗੰਭੀਰ ਹੋ, ਸਮੁੰਦਰ ਦੀ ਤਰ੍ਹਾਂ ਤੁਸੀਂ ਬਹੁਤ ਡੂੰਘੇ ਹੋ। ਭਾਵ ਜਿੱਦਾਂ ਸਮੁੰਦਰ ਵਿੱਚ ਵਿਸ਼ਾਲ ਪਾਣੀ ਹੈ, ਜੇ ਸਮੁੰਦਰ ਦਾ ਪਾਣੀ ਤੇ ਕੋਈ ਸਮਾਂ ਪਾ ਕੇ ਮਾਪ ਸਕਦਾ ਹੈ, ਤੁਹਾਡੇ ਗੁਣ ਤਾਂ ਇਸ ਤੋਂ ਵੀ ਬੇਅੰਤ ਹਨ। ਤੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਉਸ ਪਰਮੇਸ਼ਰ ਦੀ ਵਡਿਆਈ ਕੀਤੀ ਹੈ, ਤਾਂ ਇਹ ਸ਼ਬਦ ਬਾਰ-ਬਾਰ ਵਰਤੇ ਨੇ ਕਿ ਤੂੰ ਸਾਗਰੋ ਰਤਨਾਗਰੋ। ਤੁਸੀਂ ਸਾਗਰੋ, ਰਤਨਾਂ ਨਾਲ ਭਰੇ ਪਏ, ਕੀਮਤੀ ਵਿਚਾਰਾਂ ਨਾਲ, ਗੁਣਾਂ ਨਾਲ ਭਰੇ ਪਏ ਹੋ ਤੁਸੀਂ ਸਾਗਰ ਹੋ। ਨਾਲ ਇਹ ਵੀ ਆਖਿਆ ਅਸੀਂ ਵੀ ਸਾਗਰ ਹਾਂ, ਪਰ ਨਾਲ ਆਖਿਆ ਅਸੀਂ ਕਿੱਦਾਂ ਦੇ ਸਾਗਰ ਹਾਂ? ਜੇਤਾ ਸਮੁੰਦ ਸਾਗਰ ਨੀਰ ਭਰਿਆ। ਜਿੱਦਾਂ ਸਮੁੰਦਰ
ਪਾਣੀ ਨਾਲ ਭਰਿਆ ਪਿਆ ਤੇਤੇ ਅਵਗੁਣ ਹਮਾਰੇ। ਅਸੀਂ ਇੱਦਾਂ ਸਮੁੰਦਰ ਆ ਵੀ ਜਿੰਨਾ ਸਮੁੰਦਰ 'ਚ ਪਾਣੀ ਹੈ ਇੰਨੇ ਸਾਡੇ 'ਚ ਔਗਣ ਨੇ। ਤੁਸੀਂ ਇੱਦਾਂ ਸਮੁੰਦਰ ਹੋ ਵੀ ਜਿੰਨਾ ਸਮੁੰਦਰ 'ਚ ਪਾਣੀ ਹੈ ਤੁਸੀਂ ਗੁਣਾਂ ਨਾਲ ਭਰਪੂਰ ਹੋ। ਤੋ ਗੁਰਦੇਵ ਪਿਤਾ ਮਹਾਰਾਜ ਜੀ ਨੇ ਬਹੁਤ ਸੋਹਣੇ ਸ਼ਬਦਾਂ ਵਿੱਚ ਸਾਨੂੰ ਉਸ ਪਰਮੇਸ਼ਰ ਦੀ ਵਡਿਆਈ ਬਾਰੇ ਜਾਣਕਾਰੀ ਦਿੱਤੀ ਹੈ ਵੀ ਕਿੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਸੁਚਾਰਾ ਬਣਾਉਣਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਬਹੁਤ ਪਿਆਰੇ ਤਰੀਕੇ ਨਾਲ ਸਮਝਾਉਂਦੇ ਨੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਹੀਰਾ। ਕੋਏ ਨਾ ਜਾਣੇ, ਕੋਈ ਨਹੀਂ ਜਾਣ ਸਕਦਾ ਤੁਹਾਡੇ ਵਿਸਥਾਰ ਨੂੰ। ਹੁਣ ਇੱਥੇ ਗੱਲ ਵੇਖੋ, ਬਾਰ-ਬਾਰ ਇਹਨਾਂ ਸ਼ਬਦਾਂ ਵਿੱਚ ਇੱਕੋ ਗੱਲ ਕਿਉਂ ਗੁਰੂ ਸਾਹਿਬ ਦੁਹਰਾ ਰਹੇ ਨੇ। ਇਹਦਾ ਅਰਥ ਵਾ ਵੀ ਬਹੁਤ ਲੋਕ ਇਸ ਬੰਨੇ ਤੁਰੇ ਹੋਏ ਸਨ ਉਹਦਾ ਅੰਤ ਪਾਉਣ ਵਾਸਤੇ। ਜਿਹੜੇ ਲੋਕ ਸਮਾਧੀਆਂ ਲਾ ਰਹੇ ਸਨ, ਸਰੀਰ 'ਤੇ ਸੁਆਹ ਮਲ ਕੇ ਬੈਠੇ ਸਨ, ਕਈ ਦਿਨਾਂ ਦਾ ਮੌਨ ਵਰਤ ਰੱਖ ਕੇ ਬੈਠੇ ਸਨ, ਉਹ ਕਿਤੇ ਨਾ ਕਿਤੇ ਇਸ ਰਸਤੇ ਪਏ ਹੋਏ ਸਨ ਵੀ ਅਸੀਂ ਇੱਦਾਂ ਉਹਨੂੰ ਸਮਝ ਲੈਣਾ, ਅਸੀਂ ਉਹਦਾ ਅੰਤ ਪਾ ਲੈਣਾ, ਫਿਰ ਦੁਨੀਆ ਨੂੰ ਦੱਸਾਂਗੇ ਵੀ ਕਿੱਥੋਂ ਕੁ ਤੱਕ ਹੈ। ਅੰਦਾਜ਼ੇ ਲਾਉਣ ਵਾਲੇ ਬੜੇ ਆਏ, ਬਹੁਤ ਦੁਨੀਆ ਤੋਂ ਚਲੇ ਗਏ। ਤਾਂ ਹੀ ਸਤਿਗੁਰੂ ਨੂੰ ਕਹਿਣਾ ਪਿਆ ਸੀ ਨਾ ਇਹ ਸ਼ਬਦ ਵੀ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਆਪਾਂ ਜਪ ਬਾਣੀ ਵਿੱਚ ਸਰਵਣ ਕਰ ਰਹੇ ਹਾਂ। ਤੋ ਸਾਹਿਬ ਜੀ ਇਸ ਸ਼ਬਦ ਵਿੱਚ ਵੀ ਇਹ ਗੱਲ ਸਮਝਾਉਂਦੇ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ, ਕੋਈ ਨਹੀਂ ਜਾਣ ਸਕਦਾ ਤੇਰਾ ਕੀਤਾ ਕੇਵੜ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਤੋਂ ਇਹ ਗੱਲ ਕਹਿ ਰਹੇ ਨੇ ਵੀ ਉਹ ਬੇਅੰਤ ਹੈ। ਉਸ ਬੇਅੰਤ ਦਾ ਅੰਤ ਪਾਉਣਾ ਤੇਰੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਤੇਰਾ ਜ਼ਿੰਦਗੀ ਦਾ ਮਕਸਦ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਗੁਣ ਕੁਆਲਿਟੀ ਲਿਆ ਕੇ ਆਪਣੀ ਜ਼ਿੰਦਗੀ 'ਚੋਂ ਗੁਣ ਪ੍ਰਗਟ ਕਰਨੇ ਨੇ, ਜਿਹਦਾ ਅਸੀਂ ਰੂਪ ਹਾਂ, ਜਿਹਦਾ ਅਸੀਂ ਹਿੱਸਾ ਹਾਂ। ਤਾਂ ਬੜੇ ਸੋਹਣੇ ਤਰੀਕੇ ਨਾਲ ਮਹਾਰਾਜ ਨੇ ਸਾਨੂੰ ਇਸ ਸ਼ਬਦ ਵਿੱਚ ਗੱਲ ਸਮਝਾਈ ਹੈ। ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਅਤੇ ਭੱਟਾਂ ਨੇ ਸਵਈਆਂ ਵਿੱਚ ਬਹੁਤ ਪਿਆਰੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ ਕਹੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਭੱਟ ਭੱਲ ਜੀ ਬਹੁਤ ਸੋਹਣੇ ਸ਼ਬਦਾਂ ਵਿੱਚ ਇਸ ਗੱਲ ਨੂੰ ਵਿਸਥਾਰ ਦਿੰਦੇ ਨੇ। ਕਹਿੰਦੇ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਕਹਿੰਦੇ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਘਨ ਹਰ ਬੂੰਦ, ਘਨ ਹਰ ਦਾ ਅਰਥ ਹੈ ਬੱਦਲ। ਜਿਵੇਂ ਆਕਾਸ਼ ਵਿੱਚੋਂ ਡਿੱਗੀਆਂ ਹੋਈਆਂ ਕਣੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਗਿਣ ਥੋੜ੍ਹਾ ਸਕਦਾ ਹੈ। ਵੀ ਇੱਦਾਂ ਕਾਪੀ ਪੈਨ ਲੈ ਕੇ ਲਿਖਣੀਆਂ ਸ਼ੁਰੂ ਕਰੇ ਵੀ ਮੈਂ ਕਣੀਆਂ ਦੀ ਗਿਣਤੀ ਕਰਨੀ ਵੀ ਕਿੰਨੀਆਂ ਬੂੰਦਾਂ ਆਕਾਸ਼ ਵਿੱਚੋਂ ਜ਼ਮੀਨ 'ਤੇ ਡਿੱਗਦੀਆਂ ਨੇ। ਇੱਦਾਂ ਕੋਈ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰੇ ਜਿਵੇਂ ਇੱਦਾਂ ਬੂੰਦਾਂ ਦੀ ਗਿਣਤੀ ਕਰਨੀ। ਕਿਤੇ ਘਨ ਹਰ ਬੂੰਦ ਬਸੋ ਰੋਮਾਵਲ, ਜਿਹੜੀ ਰੋਮਾਵਲੀ ਹੈ ਭਾਵ ਜਿਹੜੀ ਧਰਤੀ 'ਤੇ ਬੇਅੰਤ ਬਨਸਪਤੀ ਉੱਗੀ ਹੈ, ਕੋਈ ਉਹਦੀ ਗਿਣਤੀ ਕਰਨੀ ਸ਼ੁਰੂ ਕਰੇ। ਕਿਤੇ ਕੁਸਮ ਬਸੰਤ, ਬਸੰਤ ਰੁੱਤ ਵਿੱਚ ਜਿਹੜੇ ਫੁੱਲ ਖਿੜੇ ਹੋਏ ਨੇ ਕੁਸਮ ਬਸੰਤ, ਇਹਨਾਂ ਦੀ ਕੋਈ ਗਿਣਤੀ ਕਰਨੀ ਸ਼ੁਰੂ ਕਰੇ ਵੀ ਮੈਂ ਇਹਦਾ ਗਿਣ ਕੇ ਦੱਸਣੇ ਕਿੰਨੇ ਫੁੱਲ ਬਸੰਤ ਦੀ ਰੁੱਤ ਵਿੱਚ ਖਿੜੇ ਨੇ। ਕੁਸਮ ਬਸੰਤ ਗਨੰਤ ਨਾ ਆਵੇ। ਕਹਿੰਦੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਰਾਵ ਸੱਸ, ਰਾਵ ਅਤੇ ਸੱਸ, ਸੂਰਜ ਅਤੇ ਚੰਦਰਮਾ, ਇਹਨਾਂ ਦੀਆਂ ਕਿਰਨਾਂ ਜਿਹੜੀਆਂ ਪੈ ਰਹੀਆਂ ਨੇ ਜ਼ਮੀਨ 'ਤੇ ਧਰਤੀ 'ਤੇ, ਇਹਨਾਂ ਦੀਆਂ ਕਿਰਨਾਂ ਨੂੰ ਕੋਈ ਗਿਣਤੀ ਵਿੱਚ ਲਿਆਉਣਾ ਸ਼ੁਰੂ ਕਰੇ ਵੀ ਮੈਂ ਦੱਸਾਂਗਾ ਜੀ ਇੰਨੀਆਂ ਕਿਰਨਾਂ ਜ਼ਮੀਨ 'ਤੇ ਆ ਰਹੀਆਂ ਨੇ। ਕਹਿੰਦੇ ਰਾਵ ਸੱਸ ਕਿਰਨ ਉਧਰ ਕਹਿੰਦੇ ਨੇ ਪੇਟ ਨੂੰ, ਉਧਰ ਸਾਗਰ ਕੋ, ਸਾਗਰ ਦਾ ਜਿਹੜਾ ਪੇਟ ਹੈ ਭਾਵ ਸਾਗਰ ਦਾ ਜਿਹੜਾ ਪਾਣੀ ਹੈ, ਉਹ ਕਵੇ ਮੈਨੂੰ ਮਿਣ ਕੇ ਦੱਸਣਾ ਹੁਣ ਵੀ ਕਿੰਨਾ ਪਾਣੀ ਹੈ। ਉਧਰ ਸਾਗਰ ਕੋ ਕਹਿੰਦੇ ਗੰਗ ਤਰੰਗ ਅੰਤ ਕੋ ਪਾਵੇ। ਗੰਗਾ ਦੀਆਂ ਤਰੰਗਾਂ ਕੋਈ ਇਹਨਾਂ ਦਾ ਇਹਨੂੰ ਗਿਣਤੀ ਵਿੱਚ ਲਿਆਉਣਾ ਸ਼ੁਰੂ ਕਰੇ। ਹੋ ਸਕਦੀਆਂ ਨੇ ਇੱਦਾਂ? ਭੱਟ ਭੱਲ ਜੀ ਕਹਿੰਦੇ ਇੱਦਾਂ ਹੋ ਸਕਦੀਆਂ ਨੇ। ਜਵਾਬ ਆਏਗਾ ਵੀ ਨਹੀਂ ਹੋ ਸਕਦਾ, ਵੀ ਕਿੱਦਾਂ ਗਿਣਤੀ ਕਰ ਲੇਗਾ ਕੋਈ ਬੰਦਾ ਇਹਨਾਂ ਦੀ। ਪਰ ਨਾਲ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੇ ਹਾਂ ਰੁਦਰ ਧਿਆਨ, ਸ਼ਿਵ ਜੀ ਦਾ ਧਿਆਨ ਮੰਨਿਆ ਗਿਆ। ਹੁਣ ਇੱਥੇ ਇਹਦਾ ਅਰਥ ਨਹੀਂ ਵੀ ਇਹਨਾਂ ਗੱਲਾਂ ਦੀ ਪ੍ਰੋੜਤਾ ਕੀਤੀ ਜਾ ਰਹੀ ਹੈ, ਬਹੁਤ ਤਰੀਕੇ ਨਾਲ ਸਮਝਾਇਆ। ਕਹਿੰਦੇ ਜਿਵੇਂ ਸ਼ਿਵ ਦਾ ਮੰਨਿਆ ਗਿਆ ਜੋ ਬੜਾ ਸਮਾਧੀ ਲਾਉਣ ਵਾਲਾ ਸੀ, ਵੀ ਉਹਦੀ ਕਈ ਦਿਨਾਂ ਦੀ ਲੰਬੀ ਸਮਾਧੀ ਮੰਨੀ ਗਈ ਹੈ, ਵੀ ਉਹ ਬੜਾ ਸਮਾਧੀ ਵਿੱਚ ਲੀਨ ਹੋ ਜਾਂਦਾ ਸੀ। ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਗੁਰੂ ਦੇ ਗਿਆਨ ਦੁਆਰਾ ਅਤੇ ਉਹੋ ਜਿਹੀ ਸਮਾਧੀ ਲਾ ਕੇ ਕਹਿ ਲਗੇ ਕਬ ਜਨ ਭਲ ਉਹਨੂੰ ਜੋ ਗਾਵੇ। ਹੋ ਸਕਦਾ ਕੋਈ ਆ ਜਿਹੜੀਆਂ ਉੱਪਰ ਦੱਸੀਆਂ ਚੀਜ਼ਾਂ ਇਹਨਾਂ ਨੂੰ ਗਿਣਤੀ 'ਚ ਲੈ ਆਵੇ ਆਉਣ ਵਾਲੇ ਸਮੇਂ 'ਚ, ਹੋ ਸਕਦਾ, ਹੋ ਵੀ ਸਕਦਾ ਹੈ ਵੀ ਇੱਦਾਂ ਕੋਈ ਹੋ ਵੀ ਸਕਦਾ। ਪਰ ਜੇ ਕੋਈ ਕਵੇ ਵੀ ਮੈਂ ਇੱਦਾਂ ਇਸ ਬੰਨੇ ਤੁਰਨਾ ਹੈ,
ਮੈਂ ਇਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰਾਂ, ਮੈਂ ਸੂਰਜ ਦੀਆਂ ਕਿਰਨਾਂ ਦੱਸਾਂਗਾ ਕਿੰਨੀਆਂ ਨੇ, ਆਕਾਸ਼ 'ਚ ਡਿੱਗੀਆਂ ਕਣੀਆਂ ਦੀ ਗਿਣਤੀ ਕਰਾਂਗਾ, ਬਨਸਪਤੀ ਦੇ ਜਿਹੜੇ ਦਰਖਤ ਨੇ ਉਹਨਾਂ ਦੀ ਗਿਣਤੀ ਕਰਾਂਗਾ, ਜਿਹੜੇ ਬਸੰਤ ਰੁੱਤ ਵਿੱਚ ਫੁੱਲ ਖਿੜੇ ਹੋਏ ਨੇ ਮੈਂ ਇਹਨਾਂ ਨੂੰ ਗਿਣਤੀ ਵਿੱਚ ਲੈਵਾਂ। ਕਹਿੰਦੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਇੱਦਾਂ ਦਾ ਕਰ ਲਵੇ, ਹੋ ਸਕਦਾ ਕਰ ਲਵੇ ਕੋਈ। ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਗੁਰੂ ਦੇ ਗਿਆਨ ਦੁਆਰਾ ਇਹ ਤਾਂ ਹੋ ਸਕਦਾ, ਇਹ ਹੋ ਸਕਦਾ ਜ਼ਰੂਰੀ ਨਹੀਂ ਕਰ ਲਵੇ, ਕਹਿੰਦੇ ਹੋ ਸਕਦਾ ਗਿਣਤੀ 'ਚ ਲੈਵੇ। ਪਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੇ। ਹੇ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੀ ਉਪਮਾ ਭਾਵ ਤੁਹਾਡੇ ਬਰਾਬਰ ਦਾ ਲੱਭਣਾ, ਤੁਹਾਡੇ ਜਿਹੜੇ ਗੁਣ ਨੇ, ਹੁਣ ਕਿੱਡੀ ਵੱਡੀ ਗੱਲ ਕਹੀ ਹੈ ਵੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ। ਤੁਹਾਡੀ ਉਪਮਾ ਵੀ ਮੈਂ ਕੰਪੈਰੀਜ਼ਨ ਤੇ ਤਾਂ ਕਰਾਂ, ਜੇ ਮੈਂ ਤੁਲਨਾ ਤੇ ਤਾਂ ਕਰਾਂ ਜੇ ਮੈਨੂੰ ਤੁਹਾਡੇ ਵਰਗਾ ਕੋਈ ਹੋਰ ਦਿਸਦਾ ਹੋਵੇ ਤਾਂ। ਉਹ ਕਿੰਨੇ ਪਿਆਰੇ ਸ਼ਬਦ ਇੱਥੇ, ਗੱਲ ਉਹਨਾਂ ਗੁਣਾਂ ਦੀ ਹੋ ਰਹੀ ਹੈ, ਉਸ ਜੋਤ ਦੀ ਹੋ ਰਹੀ ਹੈ, ਉਸ ਵਿਚਾਰ ਦੀ ਹੋ ਰਹੀ ਹੈ ਜਿਹੜੀ ਵਿਚਾਰ ਅੰਦਰ ਟਿਕੀ ਹੋਈ ਹੈ। ਕਿੰਨੇ ਪਿਆਰੇ ਸ਼ਬਦ ਇੱਥੇ ਵਰਤੇ ਨੇ, ਕਿੰਨੀ ਪਿਆਰੀ ਵਿਚਾਰ ਬਖਸ਼ਿਸ਼ ਕੀਤੀ ਹੈ ਗੁਰਦੇਵ ਪਿਤਾ ਮਹਾਰਾਜ ਜੀ ਨੇ। ਹੁਣ ਇੱਥੇ ਗੱਲ ਗੁਣਾਂ ਦੀ ਹੈ, ਉਹ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰੀਏ, ਆਪਣੀ ਜ਼ਿੰਦਗੀ ਵਿੱਚ ਇਹ ਵਿਚਾਰ ਲੈ ਕੇ ਆਈਏ। ਤਾਂ ਇਹ ਸਾਨੂੰ ਪਰਮੇਸ਼ਰ ਦੇ ਗੁਣ ਦੱਸਣ ਦਾ ਅਰਥ ਆ ਬੰਦਿਆ, ਇਹ ਗੁਣ ਤੇਰੇ 'ਚ ਹੈਗੇ, ਇਹਨਾਂ ਗੁਣਾਂ ਨੂੰ ਪ੍ਰਗਟ ਕਰ, ਇਹਨਾਂ ਗੁਣਾਂ ਨਾਲ ਸਾਂਝ ਪਾ। ਵੱਡੇ ਮੇਰੇ ਸਾਹਿਬਾ, ਹੇ ਮੇਰੇ ਵੱਡੇ ਸਾਹਿਬ ਜੀ, ਗਹਿਰ ਗੰਭੀਰਾ ਗੁਣੀ ਗਹੀਰਾ, ਹੇ ਗੁਣਾਂ ਦੇ ਖਜ਼ਾਨੇ ਮਾਲਕ ਜੀ, ਕੋਈ ਨਾ ਜਾਣੇ, ਕੋਈ ਨਹੀਂ ਜਾਣ ਸਕਦਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਚੀਰਾ ਦਾ ਅਰਥ ਹੈ ਵਿਸਥਾਰ, ਤੁਹਾਡਾ ਵਿਸਥਾਰ ਕਿੱਡਾ ਹੈ, ਤੁਹਾਡਾ ਪਸਾਰਾ ਕਿੱਡਾ ਕੁ ਹੈ। ਕਿਉਂਕਿ ਇਹਦਾ ਅਰਥ ਵਾ ਵੀ ਇਸ ਬੰਨੇ ਲੋਕ ਤੁਰੇ ਹੋਏ ਸੀ, ਤਾਂ ਹੀ ਕਹਿਣ ਦੀ ਲੋੜ ਪਈ ਨਾ ਵੀ ਉਹ ਜਾਣ ਹੀ ਨਹੀਂ ਸਕਦਾ, ਇਹ ਬੰਦੇ ਪੁੱਠੇ ਬੰਨੇ ਤੁਰੇ ਹੋਏ ਨੇ। ਸਮਾਜ ਨੂੰ ਛੱਡ ਕੇ, ਪਰਿਵਾਰਾਂ ਨੂੰ ਛੱਡ ਕੇ, ਕੋਈ ਸੁਮੇਰ ਪਰਬਤ ਦੀਆਂ ਚੋਟੀਆਂ 'ਤੇ ਜਾ ਕੇ ਬਹਿ ਗਿਆ, ਕੋਈ ਸਰੀਰ 'ਤੇ ਸੁਆਹ ਮਲ ਕੇ ਬੈਠ ਗਿਆ, ਕੋਈ ਪੁੱਠਾ ਲਟਕ ਕੇ ਅੰਤ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ। ਤਾਂ ਮਹਾਰਾਜ ਬੜੇ ਪਿਆਰੇ ਸ਼ਬਦ ਇੱਥੇ ਵਰਤ ਰਹੇ ਨੇ, ਕਹਿੰਦੇ ਸੁਣ ਵੱਡਾ ਆਖਾ ਸਭ ਕੁਝ, ਸੁਣ ਕੇ ਕਹੀ ਜਾਂਦੇ ਨੇ ਬੜਾ ਵੱਡਾ ਹੈ। ਇੱਦਾਂ ਸੁਣ ਕੇ ਗੱਲਾਂ ਹੋ ਰਹੀਆਂ ਨੇ, ਬਸ ਉਹ ਕਰਨੀ ਦਾ ਮਾਲਕ ਹੈ ਜੀ, ਸਭ ਕੁਝ ਹੋ ਸਕਦਾ। ਸਾਡੀ ਤਾਂ ਹਾਲਤ ਹੈ ਵੀ ਜ਼ਿਆਦਾ ਮੀਂਹ ਪੈ ਜਾਏ, ਸਾਨੂੰ ਪਸੰਦ ਨਾ ਹੋਵੇ, ਅਸੀਂ ਉਹਨੂੰ ਕਰੋਪ ਕਹਿ ਦਿੰਦੇ ਵੀ ਅੱਜ ਕਰੋਪੀ ਹੈ ਜੀ ਉਹਦੀ ਕੋਈ। ਸਾਨੂੰ ਬਾਰਿਸ਼ ਚਾਹੀਦੀ ਹੋਵੇ, ਬਾਰਿਸ਼ ਪੈ ਜਾਏ, ਆਪਾਂ ਕਹਿੰਦੇ ਵੇਖਿਆ ਅੱਜ ਕਿੰਨਾ ਦਿਆਲੂ ਹੈ, ਅੱਜ ਕਿੰਨਾ ਕਿਰਪਾਲੂ। ਅਸੀਂ ਤਾਂ ਆਪਣੇ ਹਿਸਾਬ ਨਾਲ ਉਹਦੀ ਵਿਆਖਿਆ ਕਰੀ ਜਾਂਦੇ ਵੀ ਸੁਣ ਵੱਡਾ ਆਖਾ ਸਭ ਕੋਈ, ਸੁਣ ਕੇ ਕਹੀ ਜਾਂਦੇ ਆ। ਕਿਤੇ ਨੁਕਸਾਨ ਹੋ ਜਾਏ ਤਾਂ ਅਸੀਂ ਉਸ ਨੂੰ ਉਲਾਮੇ ਦੇਣ ਲੱਗ ਪਏ ਨੇ, ਕਿਸੇ ਦਾ ਫਾਇਦਾ ਹੋ ਜਾਏ ਤਾਂ ਕਹਿੰਦੇ ਉਹਦਾ ਸ਼ੁਕਰਾਨਾ ਹੈ। ਪੁੱਤਰ ਦੇ ਜਨਮ ਵੇਲੇ ਐਸੇ ਹੁੰਦਾ, ਘਰ 'ਚ ਪੁੱਤਰ ਦਾ ਜਨਮ ਹੋਇਆ ਹੋਵੇ, ਘਰ 'ਚ ਕੋਈ ਵਿਆਹ ਸ਼ਾਦੀ ਹੋਵੇ, ਕਹਿੰਦੇ ਉਹਦਾ ਧੰਨਵਾਦ ਹੈ ਜੀ, ਸ਼ੁਕਰ ਹੈ ਜੀ ਉਹਦਾ ਮਾਲਕ ਦਾ। ਜਦੋਂ ਘਰ 'ਚ ਘਟਨਾ ਵਾਪਰਦੀ, ਡੈਥ ਹੁੰਦੀ ਹੈ, ਉਦੋਂ ਕਹਿੰਦੇ ਬਸ ਤੁਸੀਂ ਇਹੋ ਜਿਹੇ ਬੰਦੇ ਵੇਖੇ ਜਿਹੜੇ ਉਦੋਂ ਉਹਨੂੰ ਉਲਾਮਾ ਦਿੰਦੇ ਨੇ, ਖੁਸ਼ੀ ਜਰੀ ਨਾ ਗਈ ਉਹਦੇ ਕੋਲੋਂ, ਕਰੋਪ ਹੋ ਗਿਆ, ਪਤਾ ਨਹੀਂ ਰੱਬ ਕਿੱਥੇ ਬੈਠਾ। ਇੱਦਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ, ਉਹਨੂੰ ਕਹਿਰਵਾਨ ਕਹਿ ਕੇ ਸਾਬਤ ਕੀਤਾ ਜਾਂਦਾ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਣ ਵੱਡਾ ਆਖੇ ਸਭ ਕੋਈ। ਸੁਣ ਕੇ ਇੱਦਾਂ ਇੱਧਰੋਂ ਦੋ ਗੱਲਾਂ ਸੁਣ ਲਈਆਂ, ਦੋ ਇੱਧਰੋਂ ਗੱਲਾਂ ਸੁਣ ਲਈਆਂ, ਉਹਨੂੰ ਵੱਡਾ ਕਹਿ ਛੱਡਿਆ, ਇੱਦਾਂ ਥੋੜ੍ਹਾ ਗੱਲ ਬਣਨੀ। ਸੁਣ ਕੇ ਵੱਡਾ ਕਹਿਣ ਨਾਲ ਗੱਲ ਥੋੜ੍ਹਾ ਬਣਨੀ, ਉਹਨੂੰ ਮੰਨਣਾ ਪੈਣਾ, ਉਹਨੂੰ ਸਮਝਣਾ ਪੈਣਾ, ਉਹਦੇ ਨਾਲ ਸਾਂਝ ਪਾਉਣੀ ਪੈਣੀ ਹੈ। ਹੁਣ ਤੇ ਇੱਥੇ ਸਾਂਝ ਪਾਉਣ ਦਾ ਅਰਥ ਹੋ ਰਿਹਾ ਅਤੇ ਅੰਤ ਲੱਭਣ ਦੀ ਗੱਲ ਹੋ ਰਹੀ। ਸਾਂਝ ਕੀ ਹੈ? ਉਹਨੂੰ ਇਹ ਮਹਿਸੂਸ ਕਰ, ਜਿਹੜੀ ਗੱਲ ਗੁਰਦੇਵ ਨੇ ਦੱਸੀ ਹੈ ਕਿ ਭਾਈ ਤੇਰੇ ਅੰਦਰ ਵਿਆਪਕ ਹੈ, ਆਪਣੇ ਅੰਦਰ ਉਸ ਚੰਗਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰ। ਜਦੋਂ ਸ਼ਬਦ ਬਾਣੀ 'ਚ ਬਾਰ-ਬਾਰ ਵਰਤੇ ਨੇ, ਇੱਦਾਂ ਥੋੜ੍ਹਾ ਵੀ ਸਾਹਮਣੇ ਇੱਕ ਸਰੂਪ। ਜਦੋਂ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦੇ, ਉਹ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ, ਜਿਵੇਂ ਖੂਹ ਭਰਿਆ ਹੈ ਡੱਡੂਆਂ ਦਾ, ਕਛ ਦੇਸ਼ ਵਿਦੇਸ਼ ਨਾ ਬੂਝ। ਹੁਣ ਖੂਹ 'ਚ ਰਹਿਣ ਵਾਲੇ ਡੱਡੂ ਨੂੰ ਇਹ ਥੋੜ੍ਹਾ ਪਤਾ ਵੀ ਇਸ ਖੂਹ ਤੋਂ ਬਿਨਾਂ ਵੀ ਕੋਈ ਦੁਨੀਆ ਵਸਦੀ ਹੈ। ਉਹਨੂੰ ਕੀ ਪਤਾ ਕੋਈ ਸਮੁੰਦਰ ਦਾ ਡੱਡੂ ਆਣ ਕੇ ਉਹਨੂੰ ਕਹੇ ਵੀ ਆਪ ਮੈਂ ਤੈਨੂੰ ਸਮੁੰਦਰ ਵਿਖਾ ਕੇ ਲਿਆਵਾਂ, ਉਹਨੇ ਤੈਨੂੰ ਖੂਹ ਤੋਂ ਬਿਨਾਂ ਸਮੁੰਦਰ ਕੁਝ ਵੇਖਿਆ ਹੀ ਨਹੀਂ, ਉਹਨੂੰ ਕੀ ਪਤਾ। ਉਹਦੇ ਮੁਤਾਬਕ ਤੇ ਖੂਹ ਹੀ ਸਾਰੀ ਦੁਨੀਆ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ। ਗੱਲ ਇੱਥੇ ਮਨੁੱਖੀ ਮਨ ਦੀ ਹੋ ਰਹੀ ਹੈ, ਮੇਂਢਕ ਦੀ ਗੱਲ, ਡੱਡੂ ਦੀ ਗੱਲ ਨਹੀਂ ਹੋ ਰਹੀ। ਐਸੇ ਮੇਰਾ ਮਨ, ਇੱਦਾਂ ਹੀ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੋਝ। ਮਨ ਦੀ ਗੱਲ ਹੋ ਰਹੀ ਹੈ। ਜਿੱਦਾਂ ਖੂਹ ਦੇ ਡੱਡੂ ਨੂੰ ਕੀ ਪਤਾ ਸਮੁੰਦਰ ਕੀ ਹੈ, ਇੱਦਾਂ ਜਿਹੜਾ ਮਨ ਵਿਸ਼ਿਆਂ ਵਕਾਰਾਂ 'ਚ ਪਿਆ, ਉਹਨੂੰ ਇੱਧਰੋਂ ਕੋਈ ਦੱਸ ਦਿੰਦਾ ਰੱਬ ਦੀ ਗੱਲ, ਉਹ ਸੁਣ ਕੇ ਤੁਰ ਪੈਂਦਾ, ਕੋਈ ਇੱਧਰੋਂ ਚਾਰ ਗੱਲਾਂ ਦਾ ਕਹਿ ਛੱਡਦਾ, ਬੜਾ ਵੱਡਾ ਬੜਾ ਬੇਅੰਤ ਹੈ। ਪਰ ਉਹਦਾ ਮਨ ਖੂਹ ਦਾ ਡੱਡੂ ਹੈ, ਭਾਵ ਵਿਸ਼ਿਆਂ ਵਕਾਰਾਂ ਦੀ ਸੋਚ ਤੋਂ ਉੱਪਰ ਉੱਠਣ ਲਈ ਤਿਆਰ ਨਹੀਂ ਹੈ, ਜ਼ਹਿਰ ਖਾ ਰਿਹਾ ਸਾਰੀ ਜ਼ਿੰਦਗੀ। ਤਾਂ ਆਖਿਆ ਸੀ ਸਗਲ ਭਵਨ ਕੇ ਨਾਇਕਾ, ਇਹ ਸਾਰਿਆਂ ਭਵਨਾਂ ਦੇ ਨਾਇਕ ਮਾਲਕ ਕਾਲਪੁਰਖ ਜੀ, ਇੱਕ ਛਿਨ ਦਰਸ਼ ਦਿਖਾਏ ਜੀ। ਇੱਕ ਛਿਨ ਦਰਸ਼ ਦਿਖਾਏ ਦਾ ਅਰਥ ਕੀ ਹੈ?
ਜਦੋਂ ਆਪਾਂ ਕਹਿੰਦੇ ਵੀ ਰੱਬ ਦਾ ਆਕਾਰ ਕੋਈ ਨਹੀਂ, ਉਹ ਦਰਸ਼ਨ ਕਿੱਦਾਂ ਦਿੰਦਾ ਫਿਰ? ਭਾਵ ਗੁਣਾਂ ਨੂੰ ਜ਼ਿੰਦਗੀ 'ਚੋਂ ਪ੍ਰਗਟ ਕਰਨਾ ਹੀ ਉਹਦੇ ਦਰਸ਼ਨ ਕਰਨੇ, ਆਪਣੀ ਜ਼ਿੰਦਗੀ 'ਚੋਂ ਚੰਗਿਆਈ ਨੂੰ ਪ੍ਰਗਟ ਕਰਨਾ ਹੀ। ਜਦੋਂ ਆਪਾਂ ਭਗਤ ਧੰਨਾ ਜੀ ਦੇ ਸ਼ਬਦ ਪੜ੍ਹਦੇ ਹਾਂ, ਉਹਨਾਂ ਨੇ ਕਿੱਦਾਂ ਪਾਇਆ ਸੀ? ਉਹਨਾਂ ਪੱਥਰ 'ਚੋਂ ਥੋੜ੍ਹਾ ਪਾਇਆ, ਉਹਨਾਂ ਤੇ ਆਪਣੀ ਜ਼ਿੰਦਗੀ 'ਚੋਂ ਤਾਂ ਕਿਹਾ ਸੀ ਨਾ, ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪ੍ਰਤੱਖ ਗੁਸਾਈਆਂ ਕਿੱਦਾਂ ਮਿਲ ਗਿਆ? ਇਹ ਤਾਂ ਤੁਰੇ ਆਉਂਦੇ ਸੀ ਭਗਤ ਧੰਨਾ ਜੀ ਨੂੰ, ਤੇ ਰਸਤੇ 'ਚ ਮਿਲ ਪਿਆ। ਉਹਨਾਂ ਚੀਜ਼ਾਂ ਦਾ ਤਾਂ ਸਗੋਂ ਇੱਥੇ ਖੰਡਨ ਕੀਤਾ, ਜਿਹੜੇ ਦਾਅਵਾ ਕਰਦੇ ਸੀ ਵੀ ਇੱਦਾਂ ਤੁਰੇ ਆਉਂਦੇ। ਤੇ ਇਹ ਲੋਕਾਂ ਦੀਆਂ ਮਨੌਤਾਂ ਸੀ। ਕਿਸੇ ਨੇ ਕਹਤਾ ਸਾਡੇ ਬਾਬਾ ਜੀ ਨੇ ਤਾਂ ਰਾਤ ਰੱਬ ਦੇ ਦਰਸ਼ਨ ਕੀਤੇ ਨੇ। ਗੁਰੂਦੇਵ ਜੀ ਦੇ ਕਿੱਥੋਂ ਦਰਸ਼ਨ ਕਰ ਰਹੇ? ਉਹ ਤਾਂ ਸਰਬ ਵਿਆਪਕ ਹੈ। ਮਾਂ 'ਚੋਂ ਨਹੀਂ ਦੱਸਿਆ, ਭੈਣ 'ਚੋਂ ਨਹੀਂ ਦੱਸਿਆ, ਭਰਾਵਾਂ 'ਚੋਂ ਨਹੀਂ ਦੱਸਿਆ, ਦੋਸਤਾਂ ਬਾਹਰੋਂ ਲੱਭਦੇ ਫਿਰਦੇ। ਇਹੋ ਗੱਲ ਤੇ ਗੁਰੂਦੇਵ ਜੀ ਸਿੱਧਾ ਨੂੰ ਸਮਝਾਉਣ ਗਏ ਸੀ। ਇਹੋ ਗੱਲ ਤਾਂ ਗੁਰੂਦੇਵ ਜੀ ਨੇ ਸਿੱਧਾ ਨੂੰ ਸਮਝਾਈ ਵੀ ਬਾਹਰ ਲੱਭਦੇ ਫਿਰਦੇ ਹੋ, ਉਹ ਤਾਂ ਤੁਹਾਡੇ ਅੰਦਰ ਹੈ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੋਈ ਹੈ ਦੂਜਾ ਰਾਮ ਤੋਂ ਬਿਨਾਂ ਬੋਲਣ ਵਾਲਾ? ਇੱਕੋ ਹੀ, ਅਨੇਕ ਵਿਆਪਕ ਪੂਰਕ ਹੈ, ਇੱਕੋ ਅਨੇਕਾਂ ਰੂਪਾਂ 'ਚ ਵਿਆਪਕ ਹੈ। ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ। ਪਰ ਨਾਲ ਕਹਿੰਦਾ ਵਿਰਲਾ ਬੂਝੇ ਕੋਈ, ਕਿਸੇ ਵਿਰਲੇ ਨੂੰ ਇਸ ਗੱਲ ਦੀ ਸਮਝ ਹੈ। ਸੁਣ ਵੱਡਾ ਆਖੈ ਸਭ ਕੋਈ, ਸੁਣ ਕੇ ਕਹਿ ਛੱਡਿਆ ਵੱਡਾ, ਪਰ ਕੇਵਟ ਵੱਡਾ ਉਹ ਕਿੱਡਾ ਵੱਡਾ ਡੀਠਾ। ਹੁਣ ਡੀਠਾ ਹੋਏ ਦਾ ਅਰਥ ਕੀ ਹੈ? ਇਹਦਾ ਸਾਹਮਣੇ ਤੁਰੇ ਆਉਂਦੇ ਉਹਨੂੰ ਵੇਖਣਾ, ਕਿੱਦਾਂ ਵੇਖਣਾ? ਉਹ ਬੜੀ ਪਿਆਰੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਵਿੱਚ ਕਹੀ ਹੈ। ਕਹਿੰਦੇ ਸੁਣ ਸਖੀਏ। ਇੱਦਾਂ ਨਾ ਗੁਰਦੇਵ ਨੇ ਜਦੋਂ ਬਾਣੀ ਲਿਖੀ ਹੈ ਨਾ, ਇਹਦਾ ਪਾਤਰ ਘੜ ਰਿਹਾ। ਜਿਵੇਂ ਇੱਕ ਜੀਵ ਇਸਤਰੀ ਸੁਹਾਗਣ ਹੈ, ਦੂਜੀ ਨੂੰ ਕਹਿੰਦੀ ਹੈ ਵੀ ਤੂੰ ਆਪਣੇ ਪਤੀ ਨੂੰ ਮਾਣ ਲਿਆ ਹੈ, ਤੂੰ ਆਪਣੇ ਪਤੀ ਨਾਲ ਸਾਂਝ ਪਾ ਲਈ, ਮੈਨੂੰ ਵੀ ਦੱਸ। ਉਹ ਪੁੱਛਦੀ ਉਹਨੂੰ, ਕਹਿੰਦੇ ਵੀ ਤੂੰ ਸੁਹਾਗਣ ਬਣ ਗਈ, ਮੈਨੂੰ ਵੀ ਦੱਸ। ਉਹ ਪੁੱਛਦੀ ਉਹਨੂੰ, ਕਹਿੰਦੀ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਹੁਣ ਗੱਲ ਇੱਥੇ ਪ੍ਰਭੂ ਪਤੀ ਦੀ ਹੋ ਰਹੀ ਹੈ, ਦੁਨਿਆਵੀ ਇਸਤਰੀ ਦੀ ਗੱਲ ਨਹੀਂ ਹੋ ਰਹੀ। ਗੱਲ ਉਸ ਪ੍ਰਭੂ ਪਤੀ ਸੱਚ ਦੀ ਗੱਲ ਹੋ ਰਹੀ ਹੈ, ਸੱਚ ਨਾਲ ਸਾਂਝ ਪਾਉਣ ਦੀ ਗੱਲ ਹੋ ਰਹੀ ਹੈ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਹੇ ਸਖੀਏ ਮੇਰੀਏ ਭੈਣੇ, ਆ ਤੈਨੂੰ ਮੈਂ ਪ੍ਰਭੂ ਮਿਲਣ ਦੀ ਨਿਸ਼ਾਨੀ ਦੱਸਾਂ। ਕੀ ਕਰਨਾ ਪਏਗਾ? ਮਨ ਤਨ ਅਰਪ ਤਜ ਲਾਜ ਲੁਕਾਨੀ। ਪਹਿਲਾਂ ਆਪਣਾ ਮਨ ਅਰਪਣਾ ਪਵੇਗਾ। ਹੁਣ ਜਿਹਨੇ ਮਨ ਅਰਪਣ ਕਰਤਾ, ਉਹਦਾ ਤਨ ਆਪਣੇ ਆਪ ਹੀ ਅਰਪਣ ਹੋ ਜਾਣਾ ਹੈ। ਜਿਹਨੇ ਆਪਣਾ ਮਨ ਜਿਹਨੇ ਮਨ ਆਪਣਾ ਸੱਚ ਨੂੰ ਸੌਂਪ ਦਿੱਤਾ, ਉਹਦਾ ਤਨ ਵੀ ਤਾਂ ਸੌਂਪਿਆ ਜਾਣਾ। ਹੁਣ ਤੁਸੀਂ ਮਨ ਕਰਕੇ ਜਦੋਂ ਕੋਈ ਕੰਮ ਕਰਦੇ ਹੋ, ਤਨ ਆਪਣੇ ਆਪ ਉਸ ਬੰਨੇ ਤੁਰਦਾ। ਹੁਣ ਤੁਸੀਂ ਕਹੋ ਜੀ ਮਨ ਮੈਂ ਸੱਚ ਵਾਲੇ ਬੰਨੇ ਤੁਰਦਾ, ਤਨ ਆਪਣੇ ਆਪ ਸੱਚ ਵਾਲੇ ਬੰਨੇ ਤੁਰੇਗਾ। ਜਦੋਂ ਮਨ ਝੂਠ ਵਾਲੇ ਬੰਨੇ ਤੁਰੇਗਾ, ਤਨ ਆਪਣੇ ਆਪ ਝੂਠ ਵਾਲੇ ਬੰਨੇ ਤੁਰੇਗਾ। ਤਾਂ ਆਖ ਅਸੀਂ ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤੇ ਮਨ ਤਾਂ ਨਾ ਹੋਏ। ਹੁਣ ਇੱਥੇ ਕਹਤਾ ਮਨ, ਦੂਜਾ ਆਖਿਆ ਤਨ ਅਰਪ ਤਜ ਲਾਜ ਲੁਕਾਨੀ। ਤੀਜੀ ਹੈ ਲੋਕ ਲਾਜ। ਤੇ ਜਿਹਨੇ ਮਨ ਅਰਪ ਦਿੱਤਾ, ਉਹ ਲੋਕ ਲਾਜ ਥੋੜ੍ਹਾ ਕਰੇਗਾ। ਫਿਰ ਉਹ ਲੋਕ ਲਾਜ ਪਿੱਛੇ ਉੱਜੜੇਗਾ ਭਲਾ। ਅੱਜ ਦੁਨੀਆ ਦਾ ਸਭ ਤੋਂ ਵੱਡਾ ਨੁਕਸਾਨ ਲੋਕ ਲਾਜ ਪਿੱਛੇ ਹੋ ਰਿਹਾ। ਉਹ ਕੀ ਕਹਿਣਗੇ ਮੈਨੂੰ, ਜੇ ਮੈਂ ਆਹ ਕੰਮ ਨਾ ਕੀਤਾ ਤਾਂ ਇੱਦਾਂ ਕੀ ਹੋਏਗਾ? ਉਹੀ ਘਰ ਹੁੰਦਾ, ਉਹੀ ਸਾਡੇ ਪਰਿਵਾਰ ਹੁੰਦੇ ਨੇ। ਲੋਕ ਲਾਜ ਪਿੱਛੇ ਲੋਕ ਲੱਖਾਂ ਰੁਪਈਆ ਕਰਜ਼ਾ ਚੁੱਕ ਕੇ ਫਾਹ ਲੈਣ ਤੱਕ ਤਿਆਰ ਹੋ ਜਾਂਦੇ। ਹੁਣ ਇੱਥੇ ਸ਼ਬਦ ਵਰਤਿਆ, ਕਹਿੰਦੇ ਕੇਵਟ ਵੱਡਾ ਡੀਠਾ ਹੋਏ। ਕੇਵਟ ਵੱਡਾ, ਉਹ ਡੀਠਾ ਕਿੱਡਾ ਵੱਡਾ? ਤੇ ਵੇਖਿਆ ਪਤਾ ਲੱਗੇਗਾ। ਹੁਣ ਵੇਖਣਾ ਇੱਦਾਂ ਵੀ ਉਹ ਤਾਂ ਤੁਰਿਆ ਆਉਂਦਾ ਮਿਲ ਪੈਣਾ, ਉਹ ਤਾਂ ਨਿਰਾਕਾਰ ਹੈ। ਉਹਨੂੰ ਕਿੱਦਾਂ ਵੇਖਣਾ? ਆਹ ਕਿੰਨੀ ਪਿਆਰੀ ਗੱਲ। ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰੂ ਦੀ ਬਾਣੀ ਵਿੱਚੋਂ ਸਮਝਣੀ ਪਵੇਗੀ। ਸਾਨੂੰ ਪਾਸੇ ਜਾਣ ਦੀ ਲੋੜ ਨਹੀਂ। ਧੰਨ ਸੁਹਾਗਣ ਜੋ ਪ੍ਰਭੂ ਮਸ਼ਾਨ ਹੈ। ਧੰਨ ਹੈ ਸੁਹਾਗਣ ਜਿਹਨੇ ਪ੍ਰਭੂ ਨੂੰ ਪਹਿਚਾਣ ਲਿਆ। ਇੱਥੇ ਡੀਠਣ ਦਾ ਅਰਥ ਹੈ, ਵੇਖਣ ਦਾ ਅਰਥ ਹੈ ਉਹਦੇ ਨਾਲ ਜਾਣ ਪਛਾਣ ਕਰਨੀ। ਜਿਵੇਂ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਹੀਂ ਹੁੰਦਾ, ਸਤਿਗੁਰ ਭੇਟੈ ਤਾਂ ਸਹਿਸਾ ਟੁੱਟੈ। ਜਦੋਂ ਸਤਿਗੁਰੂ ਸੁਰਤ ਨਾਲ ਮਿਲਦਾ ਹੈ ਤਾਂ ਅੰਦਰ ਦਾ ਸਹਿਮ ਟੁੱਟਦਾ ਹੈ। ਸਤਿਗੁਰ ਭੇਟੈ ਤਾਂ ਸਹਿਸਾ ਟੁੱਟੈ ਧਾਵਤ ਵਰਜ ਰਹਾਈ। ਜਿਹੜਾ ਮਨ ਬਾਹਰ ਧੌਂਦਾ ਸੀ, ਉਹਨੂੰ ਵਰਜ ਕੇ ਅੰਦਰ ਰੱਖ ਲਿਆ। ਨਿਝਰ ਝਰੈ ਸਹਿਜ ਧੁਨ ਲਾਗੇ। ਅੰਦਰ ਫਿਰ ਗੁਣਾਂ ਦਾ ਝਰਨਾ ਚੱਲ ਪਿਆ, ਚੰਗਿਆਈਆਂ ਦਾ ਝਰਨਾ ਚੱਲ ਪਿਆ। ਜਿਵੇਂ ਝਰਨੇ 'ਚ ਪਾਣੀ ਨਿਰੰਤਰ ਵਹਿੰਦਾ, ਤੇ ਘਰ ਹੀ ਪਰਚਾ ਪਾਈਏ। ਘਰੇ ਪਰਚਾ ਪੈ ਗਿਆ, ਘਰੇ ਸਾਂਝ ਪੈ ਗਈ। ਹੁਣ ਬਾਹਰ ਜਾਣ ਦੀ ਲੋੜ ਹੀ ਨਹੀਂ। ਹੁਣ ਤੇ ਘਰੇ ਹੀ ਪਰਚਾ ਪੈ ਗਿਆ ਨਾ, ਬਾਹਰ ਜਾਣ ਦੀ ਲੋੜ ਥੋੜ੍ਹਾ ਪੈ ਗਈ। ਘਰ ਹੀ ਪਰਚਾ ਪਾਈਏ। ਅੰਜਨ ਮਾਏ ਨਿਰੰਜਨ ਰਹੀਏ, ਜੋਗ ਜੁਗਤ ਪਿੰਮ ਪਾਈਏ। ਤੋ ਗੁਰੂਦੇਵ ਪਿਤਾ ਮਰ ਗਏ। ਧੰਨ ਸੁਹਾਗਣ ਜੋ ਪ੍ਰਭੂ ਪਛਾਣੇ। ਧੰਨ ਹੈ ਉਹ ਸੁਹਾਗਣ। ਇੱਥੇ ਸੁਹਾਗਣ ਉਹਨੂੰ ਕਿਹਾ ਜਿਹੜੀ ਸੱਚ ਨਾਲ ਵਿਆਹੀ ਹੋਈ ਹੈ।
ਉਹ ਸੁਹਾਗਣ ਹੈ। ਧਨ ਸੁਹਾਗਣ ਜੋ ਪ੍ਰਭੂ ਪਛਾਣੇ। ਇਹ ਜੀਵ ਇਸਤਰੀ ਬਾਣੀ ਮੁਤਾਬਕ ਅਸੀਂ ਸਾਰੇ, ਭਾਵੇਂ ਕੋਈ ਨਰ ਹੈ ਅਤੇ ਕੋਈ ਮਾਦਾ ਹੈ, ਕੋਈ ਔਰਤ ਹੈ ਅਤੇ ਕੋਈ ਮਰਦ ਹੈ, ਅਸੀਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਸੱਚ ਪੁਰਖ ਕੋਈ ਹੈ, ਹੋਰ ਸਗਲੀ ਨਾਰ ਸੁਬਾਈ। ਇਹਨਾਂ ਵਿੱਚੋਂ ਕਿੰਨੀਆਂ ਸੁਹਾਗਣਾ ਹੋ ਕੇ ਜ਼ਿੰਦਗੀਆਂ ਜਿਉਂਦੇ ਨੇ, ਕਿੰਨੀਆਂ ਦੁਹਾਗਣਾ ਹੋ ਕੇ ਜ਼ਿੰਦਗੀ ਜਿਉਂਦੀਆਂ ਨੇ, ਇਹ ਇਹਨਾਂ ਦੀ ਆਪਣੀ ਮਰਜ਼ੀ ਹੈ। ਤੋ ਇੱਥੇ ਸ਼ਬਦ ਵਰਤਿਆ ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੇ ਅਭਿਮਾਨੈ, ਪ੍ਰੇ ਸਿਓ ਰਾਤੀ ਰਲੀਆਂ ਮਾਨੈ। ਸੱਚ ਨਾਲ ਰਲੀ ਹੋਈ, ਸੱਚ ਨਾਲ ਇਕਮਿਕ ਹੋਈ, ਰਲੀਆਂ ਮਾਨੈ, ਪ੍ਰੇ ਸਿਓ ਰਾਤੀ ਰਲੀਆਂ ਮਾਨੈ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਆਹ ਤਰੀਕਾ ਮਨ ਤਨ ਅਰਪ ਤਜ ਲਾਜ ਲੁਕਾਨੀ। ਸਖੀ ਸਹੇਲੀ ਕੋ ਸਮਝਾਵੇ, ਇੱਕ ਜੀਵ ਇਸਤਰੀ ਦੂਜੀ ਨੂੰ ਸਮਝਾਉਂਦੀ ਹੈ, ਸੋਈ ਕਮਾਵੇ ਜੋ ਪ੍ਰਭ ਭਾਵੈ, ਉਹ ਕਮਾਈ ਜੋ ਉਹਨੂੰ ਚੰਗਾ ਲੱਗਦਾ ਹੈ, ਸੋਈ ਕਮਾਵੇ ਜੋ ਪ੍ਰਭ ਭਾਵੈ। ਸਾਧ ਸੁਹਾਗਣ ਅੰਕ ਸਮਾਵੇ, ਤੇ ਨਾਲ ਕਹਿੰਦਾ ਗਰਭ ਗਹੇਲੀ ਮੈਲ ਨਾ ਪਾਵੇ। ਗਰਭ ਮੀਨਿੰਗ ਹੰਕਾਰ, ਹੰਕਾਰ 'ਚ ਫਸੀ ਨਹੀਂ ਸੱਚ ਨਾਲ ਜੁੜ ਸਕਦੀ। ਹੁਣ ਤਾਂ ਮੈਂ ਮੇਰੀ, ਉਹ ਕਿੱਦਾਂ ਮੰਨ ਸਕਦੀ ਹੈ। ਗਰਭ ਗਹੇਲੀ ਮੈਲ ਨਾ ਪਾਵੇ ਤੇ ਫਿਰ ਪਛਤਾਵੇ ਜਬ ਰਹਿਣ ਵਿਹਾਵੇ। ਜਦੋਂ ਜ਼ਿੰਦਗੀ ਦੀ ਰਾਤ ਲੰਘੀ ਫਿਰ ਪਛਤਾਉਣਾ ਪੈਣਾ। ਬਿਨੋਂ ਕਰੀ ਜੇ ਜਾਣਾ ਦੂਰ, ਕਿਤੇ ਮੈਂ ਉਹ 'ਤੇ ਗਾੜੀ ਅਰਦਾਸਾਂ ਤੇ ਤਾਂ ਕਰਾਂ ਲੰਬੀਆਂ ਲੰਬੀਆਂ ਘੰਟੇ ਘੰਟੇ ਦੀਆਂ, ਜਿਹਨੂੰ ਮੈਂ ਦੂਰ ਸਮਝਾਂ। ਤੇ ਬਿਨੋਂ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੇ ਕੇਵੜ ਵੱਡਾ ਡੀਠਾ ਹੋਏ। ਜਨ ਨਾਨਕ ਗਾਵੇ ਵੇਖ ਹਦੂਰ। ਜਨ ਨਾਨਕ ਗਾਉਂਦਾ ਹੈ, ਉਹਨੂੰ ਵੇਖ ਕੇ ਹਦੂਰ ਵੀ ਉਹ ਤੇ ਕੋਲ ਹੈ ਮੇਰੇ, ਉਹ ਤੇ ਦੂਰ ਮੇਰੇ ਤੋਂ ਹੈ ਹੀ ਨਹੀਂ। ਉਹ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਇੱਥੇ। ਤਤ ਜਾਈਏ ਰੇ ਘਰ ਲਾਗੋ ਰੰਗ, ਤਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਭੰਗ। ਭਗਤ ਰਾਮਾਨੰਦ ਜੀ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਭੰਗ। ਏਕ ਦਿਵਸ ਮਨ ਭਇਓ ਮੰਗ, ਕਸ ਚੰਦਨ ਚੋਆ ਬਹੁ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਸੁਣ ਵੱਡਾ ਆਖੈ ਸਭ ਕੋਈ, ਕੇਵਡ ਵੱਡਾ, ਉਹ ਕਿੱਡਾ ਵੱਡਾ ਹੈ, ਡੀਠਾ ਹੋਏ। ਉਹਦੇ ਨਾਲ ਸਾਂਝ ਪਾਇਆ ਪਤਾ ਲੱਗਣੀ। ਫਿਰ ਇੱਦਾਂ ਕਹੇਗਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਫਿਰ ਅੰਤ ਲੱਭਣ ਥੋੜ੍ਹਾ ਦੇਗਾ। ਫਿਰ ਤੂੰ ਇੱਦਾਂ ਥੋੜ੍ਹਾ ਕਹੇਗਾ ਮੈਂ ਦੱਸਤਾ ਹੁਣ ਵੀ ਰੱਬ ਇੱਦਾਂ ਦਾ। ਫਿਰ ਤਾਂ ਸਮਝ ਆ ਜਾਣੀ ਵੀ ਉਹਦੇ ਬਾਰੇ ਕੌਣ ਦੱਸ ਸਕਦਾ ਜੀ, ਉਹ ਤਾਂ ਗੁਣਾਂ ਦਾ ਖਜ਼ਾਨਾ ਹੈ। ਤਾਂ ਤੇਰਾ ਜ਼ਿੰਦਗੀ ਦਾ ਮਕਸਦ, ਟਾਰਗੇਟ ਉਹਦਾ ਅੰਤ ਪਾਉਣਾ ਨਹੀਂ ਹੈ ਨਾ। ਤੇਰੀ ਜ਼ਿੰਦਗੀ ਦਾ ਮਕਸਦ ਹੈ ਆਪਣੀ ਜ਼ਿੰਦਗੀ 'ਚ ਚੰਗਿਆਈ ਨੂੰ ਪ੍ਰਗਟ ਕਰਨਾ, ਚੰਗੇ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਉਣੇ। ਜਿਹੜੇ ਗੁਣ ਸਾਡੇ ਪਏ ਨੇ, ਸਾਰੇ ਅੰਦਰ ਪਏ ਹੋਏ ਨੇ, ਗੁਣ ਸਾਰੇ ਅੰਦਰ ਭਰੇ ਪਏ ਨੇ, ਉਹਨਾਂ ਗੁਣਾਂ ਨੂੰ ਪ੍ਰਗਟ ਕਰਨਾ। ਸੱਤ ਸੰਤੋਖ ਦਇਆ ਧਰਮ ਤੀਜੇ ਖਜ਼ਾਨੇ ਸਾਡੇ ਅੰਦਰ ਭਰੇ ਪਏ। ਤਾਂ ਆਖਿਆ ਸੀ ਮਨ ਮੇਰੇ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਸੁਣ ਵੱਡਾ ਆਖਿਆ ਸਭ ਕੋਈ, ਕੇਵੜ ਵੱਡਾ ਡੀਠਾ ਹੋਏ। ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ। ਕੀਮਤ ਦਾ ਅਰਥ ਪਤਾ ਕੀ ਹੁੰਦਾ? ਤੁਸੀਂ ਕੋਈ ਚੀਜ਼ ਬਾਜ਼ਾਰੋਂ ਖਰੀਦਣ ਜਾਂਦੇ ਜੀ, ਕਿਸੇ ਦੁਕਾਨ ਤੋਂ, ਕਿਸੇ ਸ਼ੌਪ ਤੋਂ ਪੁੱਛਣ ਜਾਂਦੇ ਵੀ ਆਹ ਮੈਂ ਚੀਜ਼ ਲੈਣੀ, ਉਹ ਅਗਲਾ ਤੁਹਾਨੂੰ ਕੀਮਤ ਦੱਸਦਾ ਉਹਦੀ, ਉਹ ਤੁਹਾਨੂੰ ਕਹਿੰਦਾ ਜੀ ਇਹਦੀ ਇੰਨੀ ਕੀਮਤ ਹੈ। ਇਹਦਾ ਅਰਥ ਇਹ ਚੀਜ਼ ਉਹਦੇ ਬਰਾਬਰ ਹੈ। ਇਹਦਾ ਮਤਲਬ ਤੁਸੀਂ ਕੋਈ 1000 ਦੀ, 500 ਦੀ, 50,000 ਦੀ, ਲੱਖ ਦੀ ਕੋਈ ਚੀਜ਼ ਖਰੀਦੀ, ਇਹਦਾ ਮਤਲਬ ਤੁਸੀਂ ਜੋ ਚੀਜ਼ ਖਰੀਦ ਰਹੇ ਜੇ, ਇਹਦਾ ਮਤਲਬ ਤੁਹਾਨੂੰ ਜਦੋਂ ਉਹਨੇ ਪੇਮੈਂਟ ਦੱਸਤਾ ਵੀ ਇੰਨੀ ਇਹਦੀ ਪੇਮੈਂਟ ਦੇਣੀ ਪੈਣੀ, ਫਿਰ ਤੁਸੀਂ ਚੀਜ਼ ਇਹਦਾ ਮਤਲਬ ਉਹਦੇ ਬਰਾਬਰ ਦੀ ਚੀਜ਼ ਤੁਸੀਂ ਦੇ ਦਿੱਤੀ। ਕਹਿੰਦੇ ਜਿਹੜਾ ਉਹਦੀ ਤਾਂ ਕੀਮਤ ਹੀ ਕੋਈ ਨਹੀਂ, ਕਿਉਂਕਿ ਉਹਦੇ ਬਰਾਬਰ ਦੀ ਕੋਈ ਸ਼ੈ ਹੈ ਹੀ ਨਹੀਂ। ਕੀਮਤ ਪਾਏ ਨਾ ਕਹਿਆ ਜਾਏ। ਕਿੱਡੇ ਕਮਾਲ ਦੇ ਸ਼ਬਦ ਵਰਤੇ ਦੇ ਤੇ। ਕਹਿੰਦੇ ਨਾ ਉਹਦਾ ਤੁਸੀਂ ਸਰੂਪ ਬਿਆਨ ਕਰ ਸਕਦੇ ਜੇ, ਅਤੇ ਨਾ ਉਹਦੀ ਤੁਸੀਂ ਕੀਮਤ ਪਾ ਸਕਦੇ ਜੇ ਇੱਦਾਂ ਵੇਖੋ, ਧਿਆਨ ਨਾਲ ਸੁਣਿਓ। ਜੇ ਉਹ ਕੀਮਤ ਨਾਲ ਮਿਲਦਾ ਹੁੰਦਾ ਤਾਂ ਜਿਹੜੇ ਅਮੀਰ ਲੋਕ ਇੱਥੋਂ ਕੰਮ ਚੱਲਿਆ ਸੀ ਨਾ ਅਸਲ 'ਚ, ਕਿ ਮੇਰੇ ਕੋਲੋਂ ਪਾਠ ਨਹੀਂ ਹੋਣਾ, ਤੂੰ ਮੇਰੇ ਹਿੱਸੇ ਦਾ ਪਾਠ ਕਰ ਦੇ, ਤੂੰ ਮੇਰੇ ਹਿੱਸੇ ਦੀਆਂ ਮਾਲਾ ਜਪ ਦੇ, ਮੈਂ ਤੈਨੂੰ ਇੱਦਾਂ ਭੇਟਾ ਦੇਵਾਂਗਾ, ਤੂੰ ਮੇਰੇ ਨਾਂ ਦਾ ਇੱਦਾਂ ਅਰਦਾਸ ਕਰਦੀ। ਇੱਥੋਂ ਹੀ ਕੰਮ ਸ਼ੁਰੂ ਹੋਇਆ ਸੀ। ਭਾਵੇਂ ਦੂਜੀਆਂ ਮੱਤਾਂ 'ਚ ਹੋਇਆ, ਸਾਡੇ ਪਾਠ ਕਿਸੇ ਦੇ ਨਾਂ ਦਾ ਹੋ ਰਿਹਾ, ਹੋ ਕਿਤੇ ਰਿਹਾ, ਕਰਨ ਵਾਲਾ ਕਿਤੇ ਬੈਠਾ, ਕਰਾਉਣ ਵਾਲਾ ਕਿਤੇ ਬੈਠਾ। ਅਸਲ 'ਚ ਭੁੱਸ ਪੈ ਗਿਆ ਬੰਦੇ ਨੂੰ। ਤੁਸੀਂ ਵੇਖੋ, ਖਾਣਾ ਰੈਸਟੋਰੈਂਟ 'ਚ ਬਣਦਾ ਹੈ, ਬੰਦਾ ਘਰੋਂ ਆਰਡਰ ਕਰਕੇ ਹੋਮ ਡਿਲੀਵਰੀ ਕਰਾ ਲੈਂਦਾ, ਘਰੇ ਖਾਣਾ ਪਹੁੰਚ ਜਾਂਦਾ। ਕੱਪੜਾ ਸੀਤਾ ਕਿਤੇ ਜਾ ਰਿਹਾ, ਪੈਸੇ ਦੇ ਕੇ ਬੰਦਾ ਬਾਜ਼ਾਰ ਜਾ ਕੇ ਬਣਿਆ ਬਣਾਤਾ ਕੱਪੜਾ ਆਪਣੇ ਤਨ 'ਤੇ ਪਾ ਕੇ ਘਰ ਨੂੰ ਆ ਜਾਂਦਾ। ਗੱਡੀ ਕਿਸੇ ਨੇ ਬਣਾਈ, ਪੈਸੇ ਦੇ ਕੇ ਖਰੀਦ ਲਈ। ਘਰ ਕਿਸੇ ਨੇ ਬਣਾਇਆ, ਪੈਸੇ ਦੇ ਕੇ ਖਰੀਦ ਲਿਆ। ਬੰਦੇ ਨੇ ਕਿਹਾ ਜੀ ਇਹ ਚੀਜ਼ਾਂ ਇੱਦਾਂ ਮਿਲ ਸਕਦੀਆਂ, ਧਰਮ ਕਿਉਂ ਨਹੀਂ ਖਰੀਦ ਸਕਦਾ, ਮੈਂ ਪਾਠ ਕਿਉਂ ਨਹੀਂ ਖਰੀਦ ਸਕਦਾ। ਇੱਥੋਂ ਕੰਮ ਸ਼ੁਰੂ ਹੋ ਗਿਆ। ਉਹਨੇ ਕਿਹਾ ਅੱਛਾ ਜੀ ਮੈਨੂੰ ਕੀਤਾ ਕਰਾਇਆ ਪਾਠ ਮਿਲ ਸਕਦਾ? ਹਾਂਜੀ ਮਿਲ ਸਕਦਾ ਜੀ। ਆਹ ਜਿਹੜੇ ਡੇਰਿਆਂ 'ਚ 500 ਅਖੰਡ ਪਾਠ ਹੋ ਰਹੇ, 50 ਅਖੰਡ ਪਾਠ ਹੋ ਰਹੇ, ਉਹ ਕਿਤੇ ਬਾਬਿਆਂ ਦੇ ਆਪਣੇ ਥੋੜ੍ਹਾ ਹੋ ਰਹੇ ਆ।
ਜਿਵੇਂ ਰੈਸਟੋਰੈਂਟ 'ਚ ਇੰਨਾ ਖਾਣਾ ਬਣਦਾ, ਜੇ ਰੈਸਟੋਰੈਂਟ ਦੇ ਸਾਰੇ ਵਰਕਰ ਉੱਥੇ ਕਹਿਣ ਜੀ ਖਾਣਾ ਆਪਣੇ ਲਈ ਬਣ ਰਿਹਾ, ਕਹਿੰਦਾ ਨਹੀਂ ਇਹ ਕਿਸ ਦੂਜਿਆਂ ਲਈ ਬਣ ਰਿਹਾ। ਆਪਾਂ ਜਿਹੜੇ ਸਵੇਰ ਦੇ ਕੜਛੇ ਫੇਰ ਰਹੇ ਹਾਂ, ਜਿਹੜੇ ਸਵੇਰ ਦੇ ਆਪਾਂ ਬੜੇ ਬੜੇ ਦੇਗਵਰੇ ਚਾੜੇ ਆ, ਸਟਾਫ ਦੇ ਬੰਦੇ ਤੇ 50 ਉੱਥੇ ਰੈਸਟੋਰੈਂਟ 'ਚ 100 ਹੋਣਗੇ। ਜਿਹੜੀ ਉੱਥੇ ਖਾਣਾ ਬਣ ਰਿਹਾ ਉਹ 500 1000 ਬੰਦੇ ਦਾ ਬਣ ਰਿਹਾ। ਉਹਨਾਂ ਨੂੰ ਪਤਾ ਰੋਜ਼ ਦਾ ਅੰਦਾਜ਼ਾ ਵੀ ਇੰਨੇ ਬੰਦੇ ਨੇ ਸਾਡੇ ਰੈਸਟੋਰੈਂਟ 'ਚ ਖਾਣਾ ਖਾਣ ਆਉਣਾ। ਉਹ ਬਣਾ ਰਹੇ ਨੇ ਦੂਜਿਆਂ ਲਈ। ਹੁਣ ਜਿਹੜੇ ਇੰਨੇ ਅਖੰਡ ਪਾਠ ਹੋ ਰਹੇ ਬਾਬਿਆਂ ਲਈ ਹੋ ਰਹੇ ਕਿਤੇ, ਉਹ ਕਰ ਰਿਹਾ ਪਾਠ ਦੂਜਿਆਂ ਲਈ। ਕਿਸੇ ਕੋਈ ਅਮਰੀਕਾ ਬੈਠਾ ਹੈ, ਕੋਈ ਕੈਨੇਡਾ ਬੈਠਾ ਹੈ, ਕੋਈ ਆਸਟ੍ਰੇਲੀਆ ਬੈਠਾ ਹੈ, ਕੋਈ ਨਿਊਜ਼ੀਲੈਂਡ ਬੈਠਾ ਹੈ, ਕੋਈ ਫਰਾਂਸ ਬੈਠਾ ਹੈ, ਕੋਈ ਜਾਪਾਨ ਬੈਠਾ ਹੈ। ਉੱਥੋਂ ਪੈਸੇ ਭੇਜਦੇ, ਪਾਠ ਹੋ ਜਾਂਦੇ। ਡੇਰਿਆਂ 'ਚ ਵੀ ਗੁਰਦੁਆਰਿਆਂ 'ਚ ਵੀ ਹੋਈ ਜਾਂਦੇ ਨੇ। ਇੱਥੋਂ ਪੁੱਛ ਪੈ ਗਿਆ। ਫਿਰ ਬੰਦਾ ਇੱਦਾਂ ਮੁੱਖ ਵਾਕ ਜਦੋਂ ਉਹਦਾ ਆਉਂਦਾ ਹੈ ਤਾਂ ਉਹਨੂੰ ਲੈਮੀਨੇਸ਼ਨ ਕਰਾ ਕੇ ਘਰ ਮੜਾ ਕੇ ਘਰ ਰੱਖਦਾ। ਫੁੱਲਿਆ ਨਹੀਂ ਸਮਾਉਂਦਾ ਜੀ, ਬੱਲੇ ਬੱਲੇ ਕਮਾਲ ਹੋ ਗਈ। ਪਾਤਸ਼ਾਹ ਕਹਿੰਦੇ ਨਹੀਂ ਫਲਿਆ। ਕੀਮਤ ਕਿਸੇ ਤੇ ਲਿਖਿਆ ਕੰਚਨ ਸਿਓ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਕੋ ਤਰੀਕਾ ਮਨ ਦੇਣਾ ਪੈਣਾ। ਜਦੋਂ ਮਨ ਅਰਪਣ ਕਰ ਦੇਵੇਂਗਾ ਫਿਰ ਤੇਰੇ ਅੰਦਰ ਗੁਣ ਚੰਗਿਆਈਆਂ ਪ੍ਰਗਟ ਹੋਣਗੀਆਂ। ਫਿਰ ਤੇ ਘਰ ਹੀ ਪਰਚਾ ਪਾਈਏ, ਬਾਹਰ ਵੇਖਣ ਦੀ ਲੋੜ ਥੋੜ੍ਹਾ ਪੈਣੀ ਹੈ। ਕੀਮਤ ਪਾਏ ਜੇ ਪੈਸੇ ਨਾਲ ਮਿਲਦਾ ਹੁੰਦਾ ਫਿਰ ਤੇ ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਫਿਰ ਤੇ ਜਿਹੜੇ ਬੜੇ ਬੜੇ ਅਮੀਰ ਲੋਕ ਹੈ ਉਹਨਾਂ ਤੇ ਤਿਜੋਰੀਆਂ 'ਚ ਬੰਦ ਕਰਨਾ ਸੀ। ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਵਰਗਿਆਂ ਦੀ ਵਾਰੀ ਆਉਣੀ ਸੀ ਕਿਤੇ? ਤੇ ਕਦੇ ਵੀ ਨਹੀਂ ਸੀ ਆਉਣੀ। ਉਹ ਕਿਹੜੇ ਪਿਆਰੇ ਸ਼ਬਦ ਵਰਤੇ ਇੱਥੇ। ਕੀਮਤ ਪਾਏ ਨਾ ਕਹਿਆ ਜਾਏ, ਨਾ ਉਹਦੇ ਬਰਾਬਰ ਦੀ ਕੋਈ ਸ਼ੈ ਲੱਭ ਸਕਦੀ ਹੈ ਜਿਹਦੀ ਤੁਸੀਂ ਕੀਮਤ ਪਾ ਸਕੋ, ਅਤੇ ਨਾ ਤੁਸੀਂ ਉਹਨੂੰ ਬਿਆਨ ਕਰ ਸਕਦੇ, ਸਰੂਪ ਬਿਆਨ ਕਰ ਸਕਦੇ। ਉਹ ਤੇ ਥਾਪਿਆ ਨਾ ਜਾਏ, ਕੀਤਾ ਨਾ ਹੋਇਆ। ਹਾਂ, ਇੱਕ ਤਰੀਕਾ ਕਹਿਣੇ ਵਾਲੇ ਤੇਰੇ ਰਹੇ ਸਨ। ਜਿਹੜੇ ਕਹਿਣ ਵਾਲੇ ਸੀ ਨਾ ਉਹ ਤੇਰੇ ਵਿੱਚ ਹੀ ਸਮਾ ਗਏ। ਕਿੱਦਾਂ ਭਲਾ? ਨਦੀਆਂ ਤੇ ਵਾ ਪਿੱਛੇ ਚਲੋ ਜਪ ਬਾਣੀ ਦੇ ਉਸ ਪੌੜੀ 'ਤੇ ਆਪਣੀ ਸੁਰਤ ਲੈ ਜਾਓ। ਪਾਪਾ ਪਿੱਛੇ ਵਿਚਾਰ ਆਏ ਆ ਨਾ, ਨਦੀਆਂ ਤੇ ਵਾਹ, ਨਦੀਆਂ ਤੇ ਵਹਿਣ ਭਵੇਂ ਸਮੁੰਦ ਨਾ ਜਾਣੀਏ। ਨਦੀਆਂ ਤੇ ਵਹਿਣ ਸਮੁੰਦਰ ਵਿੱਚ ਜਾ ਡਿੱਗਦੇ ਆ। ਉਹ ਸਮੁੰਦਰ 'ਚ ਡਿੱਗ ਸਕਦੇ ਆ, ਪਰ ਤੁਸੀਂ ਕਿਸੇ ਨਦੀ ਨੂੰ ਤੇ ਮੁੜ ਕੇ ਵਹਿਣ ਨੂੰ ਪੁੱਛੋ ਹੁਣ ਦੱਸ ਆ ਸਮੁੰਦਰ ਕਿੱਡਾ ਕੁ ਵੱਡਾ? ਕਹਿੰਦਾ ਇਹ ਸਾਡੇ ਵੱਸੋਂ ਬਾਹਰ ਆ। ਉਹ ਕਹਿੰਦੇ ਇਹ ਸਾਡੇ ਵੱਸੋਂ ਬਾਹਰ ਆ। ਹਾਂ, ਵਿੱਚ ਡਿੱਗ ਪਏ ਅਸੀਂ, ਬਸ ਗੱਲ ਨਿਬੜ ਗਈ। ਹੁਣ ਤੁਸੀਂ ਇਹ ਕੋ ਅਸੀਂ ਬਿਆਨ ਕਰ ਦਈਏ ਵੀ ਕਿੱਡਾ ਵੱਡਾ ਇਹ ਸਾਡੇ ਵੱਸੋਂ ਬਾਹਰ ਆ। ਜਿਵੇਂ ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਕਿਹਾ ਵੀ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿਆਂ ਪਾਣੀ, ਰਾਮ ਕਬੀਰ ਆਏ ਇੱਕ ਭਏ ਹੈ ਕੋਈ ਨਾ ਸਕੇ ਪਛਾਣੀ। ਰਾਮ ਤੇ ਕਬੀਰ ਹੁਣ ਇੱਕ ਹੋ ਗਏ ਆ, ਕੋਈ ਨਾ ਸਕੇ ਪਛਾਣੀ। ਹੁਣ ਕਿਸੇ ਨੇ ਕਿਹਾ ਕਬੀਰ ਜੀ ਹੁਣ ਤੇ ਤੁਸੀਂ ਤੇ ਰੱਬ ਇੱਕ ਹੋ ਗਏ, ਆ ਚੱਕੋ ਕਲਮ ਲਿਖ ਦਿਓ, ਦੱਸੋ ਕਿੱਡਾ ਕੁ ਵੱਡਾ। ਉੱਥੇ ਕਿਹਾ ਫਿਰ ਕਬੀਰ ਸਾਤ ਸਮੁੰਦਰ ਮਸ ਕਰੋ, 7 ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, 7 ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਸਮੁੱਚੀ ਬਨਸਪਤੀ ਦੀਆਂ ਘੜ ਕੇ ਕਲਮਾਂ ਤਿਆਰ ਕਰ ਲਵਾਂ, ਤੇ ਬਸੂ ਦਾ ਕਾਗਜ਼ ਜਾਓ ਕਰੋ, ਸਮੁੱਚੀ ਧਰਤੀ ਦਾ ਪੇਪਰ ਬਣਾ ਲਵਾਂ, ਪਰ ਹਰ ਜਸ ਲਿਖਣ ਨਾ ਜਾਏ, ਹਰ ਜਸ ਲਿਖਣ ਨਾ ਜਾਏ। ਮੈਂ ਬਿਆਨ ਨਹੀਂ ਕਰ ਸਕਦਾ। ਨਦੀਆਂ ਤੈ ਵਾਹ ਭਵੇਂ ਸਮੁੰਦ, ਇੱਥੇ ਰੁਕਣਾ ਨਾ ਜਾਣੀਏ। ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈ ਆ। ਸਲਾਉਣ ਵਾਲਿਆਂ ਨੇ ਬੜਾ ਸਲਾਇਆ, ਪਰ ਇੰਨੀ ਥੋੜ੍ਹਾ ਸੋਝੀ ਹੋ ਗਈ ਵੀ ਹੁਣ ਦੱਸ ਸਕਣ ਵੀ ਉਹ ਕਿੱਡਾ ਵੱਡਾ। ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈ ਆ, ਨਦੀਆਂ ਅਤੈ ਵਾਹ ਭਵੇਂ ਸਮੁੰਦ ਨਾ ਜਾਣੀਏ। ਸਮੁੰਦਰ ਵਿੱਚ ਨਦੀਆਂ ਨਾਲੇ ਜਾ ਕੇ ਡਿੱਗ ਪੈਂਦੇ ਆ, ਪਰ ਤੁਸੀਂ ਹੁਣ ਕਿਸੇ ਨਾਲੇ ਨੂੰ ਕਹੋ ਮਾੜਾ ਜਿਹਾ ਬਾਹਰ ਆਣ ਕੇ ਦੱਸੀ ਹਾਂ ਵੀ ਸਮੁੰਦਰ ਕਿੱਡਾ ਕੁ ਵੱਡਾ, ਕਹਿੰਦਾ ਇਹ ਵਸੋਂ ਸਾਡੇ ਬਾਹਰ ਆ। ਇੱਥੇ ਕਿਹਾ ਕੀਮਤ ਪਾਏ ਨਾ ਕਹਿਆ ਜਾਏ। ਹਾਂ, ਕਹਿਣੇ ਵਾਲੇ ਤੇਰੇ ਜਿਹੜੇ ਕਹਿਣ ਵਾਲੇ ਮਹਾਰਾਜ ਇਸ ਰਸਤੇ ਤੁਰ ਰਹੇ ਆ, ਕਹਿੰਦੇ ਗੁਣ ਗਾਈ ਜਾ, ਗੁਣਾ ਮੁਤਾਬਕ ਜ਼ਿੰਦਗੀ ਜੂਈ ਜਾ, ਉਹਦੇ ਵਿੱਚ ਅਭੇਦ ਹੋ ਜਾ, ਬਸ ਆਪਣੀ ਜ਼ਿੰਦਗੀ ਚੰਗਿਆਈ ਪੇਸ਼ ਕਰ, ਆਪਣੀ ਜ਼ਿੰਦਗੀ ਚੰਗਿਆਈ ਲੈ ਕੇ ਆ, ਅੰਤ ਲੱਭਣ ਨਾ ਤੁਰ। ਤੁਸੀਂ ਵੇਖਿਆ ਨਾ ਇਹਦਾ ਰੱਬ ਨੂੰ ਬਿਆਨ ਕੀਤਾ ਜਾ ਰਿਹਾ, ਇੱਦਾਂ ਕੀ ਹੈ ਜੀ, ਉਹ ਇੱਦਾਂ ਕੀ ਹੈ, ਬਸ ਇੱਦਾਂ ਪੇਸ਼ ਕੀਤਾ ਜਾ ਰਿਹਾ। ਇਹ ਸੁਰਤ ਦਾ ਜ਼ੋਰ ਲਵਾਇਆ ਜਾ ਰਿਹਾ ਆਪਣੀ ਦਾ। ਜੋਗੀ ਆਏ, ਜੋਗੀ ਚਲੇ ਗਏ ਜ਼ੋਰ ਲਾ ਕੇ ਆਪਣਾ ਪੁੱਠਾ ਸਿੱਧਾ ਲਮਕ ਕੇ, ਕਿੰਨਾ ਜ਼ੋਰ ਲਾ ਕੇ ਚਲੇ ਗਏ, ਉੱਥੇ ਚਲੇ ਗਏ ਨਾ। ਪਰਮੇਸ਼ਰ ਦੇ ਨਾਂ 'ਤੇ ਬੜਾ ਕੁਝ ਘੜਿਆ ਗਿਆ। ਕਿਸੇ ਨੇ ਸਭ ਤੋਂ ਵੱਧ ਇਸ ਗੱਲ 'ਤੇ ਜ਼ੋਰ ਦਿੱਤਾ, ਕਿਸੇ ਨੇ ਤਾਂ ਇੱਦਾਂ ਰੱਬ ਨੂੰ ਪੇਸ਼ ਕਰਤਾ ਵੀ ਇੱਦਾਂ ਸਾਹਮਣੇ ਦਿਸਦਾ ਹੈ ਜੀ, ਉਹ ਪ੍ਰਗਟ ਹੁੰਦਾ ਹੈ, ਤੁਹਾਨੂੰ ਨਹੀਂ ਦਿਸਣਾ ਕਿਉਂਕਿ ਤੁਹਾਡੀ ਅਵਸਥਾ ਉੱਚੀ ਨਹੀਂ। ਇੱਦਾਂ ਦੇ ਵੀ ਆਏ। ਇੱਕ ਉਹ ਕੈਟਾਗਰੀ ਆਈ ਜਿਹੜੀ ਕਹਿੰਦੀ ਰੱਬ ਇੱਦਾਂ ਪ੍ਰਗਟ ਹੁੰਦਾ, ਸਾਹਮਣੇ ਆਉਂਦਾ, ਦਰਸ਼ਨ ਹੁੰਦੇ ਨੇ, ਤੁਹਾਨੂੰ ਨਹੀਂ ਦਿਸਣੇ ਕਿਉਂਕਿ ਤੁਹਾਡੀ ਉਹ ਅਵਸਥਾ ਨਹੀਂ ਹੈ। ਇਹ ਕਿੱਦਾਂ ਪਤਾ ਲੱਗੂ? ਇਹੋ ਜਿਹੇ ਵੀ ਪ੍ਰਚਾਰਕ ਕਥਾ ਕਰਦੇ ਜਿਹੜੇ ਕਹਿੰਦੇ ਜੀ ਰੂਹਾਂ ਕਥਾ ਸੁਣਨ ਆਉਂਦੀਆਂ ਨੇ, ਉਹ ਕਹਿੰਦਾ ਪੁੱਛੇ ਜੀ ਕਿੱਦਾਂ ਪਤਾ ਲੱਗਦਾ? ਤੁਹਾਨੂੰ ਨਹੀਂ ਦਿਸਣੀਆਂ, ਮੈਨੂੰ ਦਿਸਣੀਆਂ ਕਿਉਂਕਿ ਮੇਰੀ ਅਵਸਥਾ ਉੱਚੀ ਹੈ। ਛੱਡਤਾ ਅਗਲੇ ਨੇ ਸ਼ੋਸ਼ਾ। ਇੱਕ ਉਹ ਕੈਟਾਗਰੀ ਆਈ ਜਿਹੜੀ ਇੱਦਾਂ ਕਹਿੰਦੀ ਰਹੀ ਵੀ ਰੱਬ ਜਿਹੜਾ ਵਾ ਉਹ ਇੱਦਾਂ ਦਰਸ਼ਨ ਹੁੰਦੇ ਨੇ, ਤੁਹਾਨੂੰ ਨਹੀਂ ਦਿਸਣੇ। ਦੂਜੇ ਆਏ ਅਸੀਂ ਅੰਤ ਲੱਭਣ ਤੁਰੇ ਹਾਂ। ਕਈਆਂ ਨੇ ਉੱਤੇ ਪੇਸ਼ ਕਰਤਾ ਵੀ ਰੱਬ ਉੱਪਰ ਬੈਠਾ, ਉਤਲਾ ਜਾਣੇ। ਕੁਦਰਤੀ ਗੱਲ, ਸਾਡੀ ਜ਼ੁਬਾਨ 'ਤੇ ਸ਼ਬਦ ਉਤਲਾ ਜਾਣੇ। ਹੁਣ ਬਾਣੀ 'ਚ ਕਿਤੇ ਲਿਖਿਆ ਉਤਲਾ ਜਾਣੇ? ਉਹ ਕਹਿੰਦੇ ਬਾਣੀ ਕਹਿੰਦੀ ਤੇਰੇ ਅੰਦਰ ਬੈਠਾ ਹੋਇਆ, ਤੇਰੇ ਨਾਲ, ਤੇਰੇ ਵਿੱਚ ਸਮਾਇਆ ਹੋਇਆ ਉਹ।
ਬਸ। ਕਈਆਂ ਦਾ ਜ਼ੋਰ ਇਸ ਗੱਲ 'ਤੇ ਲੱਗ ਰਿਹਾ। ਗੁਰੂ ਸਾਹਿਬ ਜੀ ਕਹਿੰਦਾ ਤੇਰੀ ਜ਼ਿੰਦਗੀ ਦਾ ਮਕਸਦ ਇਹ ਨਹੀਂ, ਤੇਰੀ ਜ਼ਿੰਦਗੀ ਦਾ ਮਕਸਦ ਹੈ ਆਪਣੇ ਆਪ ਨੂੰ ਸਵਾਰਨਾ, ਆਪਣੇ ਆਪ ਨੂੰ ਚੰਗਾ ਰੱਖਣਾ, ਆਪਣੇ ਆਪ ਨੂੰ। ਤੋ ਗੁਰੂ ਸਾਹਿਬ ਨੇ ਕਮਾਲ ਦੀਆਂ ਗੱਲਾਂ, ਕਮਾਲ ਦੀ ਵਿਚਾਰ ਦੇ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕੀਤਾ। ਸਾਹਿਬ ਜੀ ਕਿੰਨੀਆਂ ਪਿਆਰੀਆਂ ਵਿਚਾਰਾਂ ਇੱਥੇ ਸਮਝਾ ਰਹੇ ਨੇ ਸਾਨੂੰ। ਕੀਮਤ ਪਾਏ ਨਾ ਕਹਿਆ ਜਾਏ, ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਹਿਣ ਵਾਲੇ ਤੇਰੇ ਵਿੱਚ ਸਮਾ ਗਏ, ਗੁਣ ਕੇ ਗੁਣੀ ਸਮਾਵਣੇ, ਕਹਿਣੇ ਵਾਲੇ ਤੇਰੇ ਰਹੇ ਸਮਾ। ਵੱਡੇ ਮੇਰੇ ਸਾਹਿਬਾ, ਹੇ ਮੇਰੇ ਸਾਹਿਬ ਜੀ ਤੁਸੀਂ ਬੇਅੰਤ ਵੱਡੇ ਹੋ, ਬਹੁਤ ਵੱਡੇ ਹੋ। ਗੈਰ ਗੰਭੀਰਾ ਗੁਣੀ ਕੀ ਹੀਰਾ, ਕੋਈ ਨਾ ਜਾਣੇ, ਕੋਈ ਨਹੀਂ ਜਾਣਦਾ ਤੇਰਾ ਕੀਤਾ ਕੇਵੜ ਚੀਜ਼ਾਂ, ਤੁਹਾਡਾ ਕਿੱਡਾ ਵਿਸਥਾਰ ਹੈ, ਤੁਹਾਡਾ ਕਿੱਡਾ ਪਸਾਰਾ ਹੈ। ਬਾਦਸ਼ਾਹ ਫਿਰ ਉਹਨਾਂ ਦੀ ਗਿਣਤੀ ਕਰਦੇ, ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ। ਸਭ ਸੁਰਤੀ ਮਿਲ, ਸੁਰਤ ਜੋੜਨ ਵਾਲੇ, ਸਮਾਧੀਆਂ ਲਾਉਣ ਵਾਲੇ ਕੀ ਕਰ ਰਹੇ ਸੀ ਭਲਾ? ਇੱਦਾਂ ਸਮਾਧੀਆਂ, ਇੱਦਾਂ ਚੁੱਪ ਕਰਕੇ ਬਹਿ ਜਾਣਾ, ਅੰਤਰ ਧਿਆਨ ਹੋਣਾ। ਇਹਦੇ ਸਾਰੇ ਸੁਰਤ ਲਾਉਣ ਵਾਲਿਆਂ ਨੇ ਮਿਲ ਕੇ ਇੱਦਾਂ ਇਕੱਠਿਆਂ ਹੋ ਕੇ, ਸਭ ਸੁਰਤੀ ਮਿਲ ਸੁਰਤ ਕਮਾਈ ਤੇ ਸਭ ਕੀਮਤ ਮਿਲ ਕੀਮਤ ਪਾਈ। ਸਾਰੇ ਹੀ ਉਹਦੇ ਬਰਾਬਰ ਦਾ ਲੱਭਣ ਵਾਸਤੇ ਇੱਦਾਂ ਅੰਦਾਜ਼ਾ ਲਾਉਂਦੇ ਰਹੇ ਕਿ ਅਸੀਂ ਉਹਦੇ ਬਰਾਬਰ ਦਾ ਇਹਦਾ ਲੱਭ ਕੇ ਨਾ, ਇਹ ਤਾਂ ਦੱਸਣਾ ਫਿਰ ਵੀ ਅਸੀਂ ਅੰਤ ਤੱਕ ਵੇਖ ਆਏ ਹਾਂ। ਜ਼ੋਰ ਅੱਛਾ ਹਰ ਇੱਕ ਦੀ ਦੌੜ ਇਸ ਗੱਲ 'ਤੇ ਲੱਗੀ ਹੋਈ ਸੀ ਕਿ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਰੱਬ ਬਾਰੇ, ਮੈਂ ਅੰਤ ਲੱਭਣ ਤੁਰਿਆ। ਮਾਰੇ ਕਹਿੰਦੇ ਇਹ ਟਾਰਗੇਟ ਤੇ ਹੋਣਾ ਚਾਹੀਦਾ ਨਹੀਂ ਸੀ, ਪਰ ਬਣ ਗਿਆ ਕਈਆਂ ਦਾ। ਇੱਦਾਂ ਹੀ ਹੋ ਰਿਹਾ ਨਾ, ਕਈਆਂ ਨੇ ਇੱਦਾਂ ਦੀਆਂ ਕਹਾਣੀਆਂ ਬਣਾਤੀਆਂ ਵੀ ਪਹਿਲਿਆਂ ਕੋ ਰੱਬ ਨਹੀਂ ਦੱਸਿਆ ਗਿਆ, ਮੈਂ ਰੱਬ ਦੱਸਾਂਗਾ। ਬਹੁਤ ਆਏ ਇੱਥੇ ਇਹ ਦੱਸਣ ਵਾਸਤੇ ਕਿ ਪਹਿਲਿਆਂ ਕੋ ਰੱਬ ਨਹੀਂ ਪੇਸ਼ ਕੀਤਾ ਗਿਆ, ਮੈਂ ਰੱਬ ਦੱਸਾਂਗਾ। ਉਹਨੇ ਵੀ ਜ਼ੋਰ ਜ਼ਾਰ ਲਾ ਕੇ ਚੱਲ ਜਾਣਾ, ਮੁੜ ਕੇ ਦੂਜੇ ਨੇ ਆ ਜਾਣਾ, ਉਹਨੇ ਵੀ ਜ਼ੋਰ ਜ਼ਾਰ ਲਾ ਕੇ ਜਾਣਾ, ਫਿਰ ਤੀਜੇ ਨੇ ਆ ਜਾਣਾ। ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦਾ ਟਾਰਗੇਟ ਹੈਗਾ ਭਲਾ, ਹੈ ਤੇਰੀ ਜ਼ਿੰਦਗੀ ਦਾ ਮਕਸਦ ਭਲਾ, ਤੂੰ ਇਹ ਦੱਸੇ, ਤੂੰ ਇਹ ਦੱਸ ਵੀ ਆਪਣੇ ਆਪ ਨੂੰ ਸਵਾਰਨਾ ਕਿੱਦਾਂ ਹੈ। ਹੁਣ ਕੀ ਹਰ ਮਰੀਜ਼ ਨੂੰ ਡਾਕਟਰ ਜਿੰਨਾ ਗਿਆਨ ਹੋ ਸਕਦਾ, ਕੁਦਰਤੀ ਗੱਲ ਨਹੀਂ ਹੋ ਸਕਦਾ। ਹਾਂ ਮਰੀਜ਼ ਹੌਸਪੀਟਲ ਜਾਂਦਾ ਹੈ, ਉਹਨੂੰ 4 ਦਵਾਈਆਂ ਲਿਖ ਕੇ ਦੇ ਦਿੰਦਾ ਵੀ ਆਹ ਲਿਖ ਕੇ ਚਲਾ ਜਾਂਦਾ। ਹੁਣ ਜੇ ਉੱਥੇ ਪੁੱਛਣ ਲੱਗ ਪਏ ਨਹੀਂ ਮੈਨੂੰ ਸਾਰੀਆਂ ਦਵਾਈਆਂ ਬਾਰੇ ਨੌਲੇਜ ਦਿਓ, ਕਹਿੰਦਾ ਭਰਾਵਾ ਇਹ ਤੇਰੇ ਵੱਸੋਂ ਬਾਹਰ ਆ, ਇਹਦੇ ਪਿੱਛੇ ਮੇਰੀ 10-15 ਸਾਲ ਦੀ ਸਟੱਡੀ ਹੈ। ਮੇਰੇ ਤਾਂ ਮਾਪਿਆਂ ਨੂੰ ਜ਼ਮੀਨ ਵੇਚਣੀ ਪਈ ਡਾਕਟਰ ਬਣਾਉਣ ਲਈ, ਤੈਨੂੰ ਮੈਨੂੰ 15 ਮਿੰਟਾਂ 'ਚ ਕੰਨ 'ਚ ਘੋਲ ਕੇ ਕਿੱਦਾਂ ਪਾ ਦਿਆਂ ਵੀ ਇਕੱਲੀ ਦਵਾਈ ਬਾਰੇ? ਤੂੰ ਤਾਂ ਪਾਗਲ ਹੋ ਜਾਣਾ। ਉਹ ਤਾਂ ਤੇਰਾ ਮਕਸਦ ਹੈ, ਤੂੰ ਬਿਮਾਰ ਹੈ, ਆਹ 4 ਚੱਕ ਗੋਲੀਆਂ ਖਾ ਤੇ ਆਪਣੇ ਆਪ ਨੂੰ ਠੀਕ ਕਰ, ਤੂੰ ਤਾਂ ਠੀਕ ਹੋਣਾ ਹੈ ਨਾ। ਇਹ ਗੱਲ ਸਮਝ ਲੈਣਾ। ਹਰ ਇੱਕ ਇਹ ਸਰੋਤਿਆਂ ਨੂੰ ਵੀ ਕਹੀਦਾ ਵੀ ਜੇ ਤੁਸੀਂ ਕਹੋ ਹਰ ਬੰਦੇ ਨੂੰ ਬਾਣੀ ਦੀਆਂ ਤੁਕਾਂ ਯਾਦ ਹੋ ਜਾਣ, ਇਹ ਅਸੀਂ ਵੀ ਕਹਿੰਦੇ ਹਾਂ, ਇੱਦਾਂ ਨਹੀਂ ਹੋਣਾ। ਹਰ ਬੰਦੇ ਨੂੰ ਤੁਸੀਂ ਸਿਰਫ ਇਹ ਵੇਖਣਾ ਗੁਰੂ ਸਾਹਿਬ ਨੇ ਸਿੱਧਾ ਆਖਿਆ ਆਹ ਕੰਮ ਤੇਰੇ ਕਰਨ ਵਾਲੇ ਤੇ ਆਹ ਕੰਮ ਤੇਰੇ ਨਹੀਂ ਕਰਨ ਵਾਲੇ। ਇਹਨਾਂ ਤਾਂ ਸਿੱਧਾ ਪਤਾ ਹੈ ਨਾ, ਇਹ ਤਾਂ ਸਿੱਧਾ ਹੀ ਪਤਾ ਵੀ ਠੱਗੀਆਂ ਨਹੀਂ ਮਾਰਨੀਆਂ, ਬੇਈਮਾਨੀਆਂ ਨਹੀਂ ਕਰਨੀਆਂ, ਚੰਗੇ ਰਸਤੇ ਤੋਂ ਸਚਿਆਰਾ ਜੀਵਨ ਜਿਉ ਕੇ ਵੇਖ। ਬਾਣੀ ਪੜ੍ਹਿਆ ਤੇਰੇ ਮਨ ਨੂੰ ਚੜ੍ਹਦੀ ਕਲਾ ਦਾ ਹੌਸਲਾ ਮਿਲਣਾ, ਤੂੰ ਚੰਗੇ ਬੰਨੇ ਤੁਰ, ਆਪਣੇ ਆਪ ਨੂੰ ਇਸ ਬੰਨੇ ਤੁਰਨ ਦੀ ਕੋਸ਼ਿਸ਼ ਕਰ। ਜਦੋਂ ਤੂੰ ਇਸ ਬੰਨੇ ਤੁਰੇਂਗਾ ਤੈਨੂੰ ਰਸ ਆਏਗਾ, ਸਵਾਦ ਆਏਗਾ। ਜਿਉਂ ਤੁਸੀਂ ਆਪਣੇ ਅੰਤਰ ਧਿਆਨ ਹੋ ਕੇ ਆਪਣੇ ਅੰਦਰੋਂ ਇਹਨਾਂ ਵਿਚਾਰਾਂ ਦੇ ਨਾਲ ਮੰਥਨ ਕਰਕੇ ਵੇਖੋਗੇ, ਰੜਕੋਗੇ, ਬੜਾ ਕੁਝ ਨਿਕਲੇਗਾ, ਮਨ ਮਜ਼ਬੂਤ ਹੋਏਗਾ। ਤਾਂ ਕਿਹਾ ਸੀ ਨਾ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮੰਨੇ ਅਸਥੰਭਨ। ਜਿਵੇਂ ਕਿ ਬਿਲਡਿੰਗ ਨੂੰ ਥੱਲੇ ਪਿੱਲਰ ਦਿੱਤੇ ਜਾਂਦੇ ਨੇ ਖਿਲਾਰਨ ਵਾਸਤੇ, ਥੱਲੇ ਦੀਵਾਰਾਂ ਖੜੀਆਂ ਕੀਤੀਆਂ ਜਾਂਦੀਆਂ ਨੇ, ਇੱਦਾਂ ਹੀ ਮਨ ਨੂੰ ਪਿੱਲਰ ਦੇਣੇ ਆ ਵਿਚਾਰਾਂ ਦੇ। ਹੁਣ ਵਿਚਾਰ ਹੀ ਪਿੱਲਰ ਆ ਨਾ। ਇੱਕ ਵਿਚਾਰ ਤੁਸੀਂ ਸੁਣਦੇ ਹੋ ਤਾਂ ਢਹਿੰਦੀ ਕਲਾ ਚਲੇ ਜਾਂਦੇ ਹੋ, ਇੱਕ ਵਿਚਾਰ ਸੁਣਦੇ ਹੋ ਤਾਂ ਮਨ ਤੁਹਾਡਾ ਚੜ੍ਹਦੀ ਕਲਾ ਚਲ ਜਾਂਦਾ। ਤੁਸੀਂ ਵੇਖੋ ਕਦੀ ਮੈਸੇਜ ਤੁਹਾਨੂੰ ਇੱਕ ਖਬਰ ਮਿਲਦੀ ਹੈ, ਤੁਹਾਡਾ ਮਨ ਖੁਸ਼ ਹੋ ਜਾਂਦਾ ਹੈ, ਤਾਂ ਪਿੱਲਰ ਤਗੜਾ ਸੀ। ਇੱਕ ਖਬਰ ਮਿਲਦੀ ਹੈ ਤਾਂ ਮਨ ਡਿੱਗ ਪੈਂਦਾ, ਪਿੱਲਰ ਮਾੜਾ, ਬਿਲਡਿੰਗ ਨਾਲ ਜਾ ਡਿੱਗੀ। ਹੁਣ ਆਪਾਂ ਜਦੋਂ ਕਿਸੇ ਨੂੰ ਹੌਸਲਾ ਦਿੰਦੇ, ਕਿੱਦਾਂ ਦਿੰਦੇ ਹਾਂ ਜੀ? ਉਹ ਫਲਾਣੇ ਦੀ ਗੱਲ ਸੁਣ ਕੇ ਮੈਨੂੰ ਇੱਕਦਮ ਖੁਸ਼ੀ ਹੋਈ, ਮਤਲਬ ਪਿੱਲਰ ਮਜ਼ਬੂਤ ਸੀ। ਇੱਕ ਦੀ ਗੱਲ ਸੁਣ ਕੇ ਮਨ ਨਰਵਸ ਹੋ ਜਾਂਦਾ, ਪਿੱਲਰ ਮਾੜਾ ਸੀ। ਗੁਰੂ ਦੀਆਂ ਵਿਚਾਰਾਂ ਦਾ ਪਿੱਲਰ ਹੀ ਬੜਾ ਮਜ਼ਬੂਤ ਹੈ, ਐਂ ਤਗੜਾ ਕਰਦਾ ਮੈਨੂੰ। ਜਿਉਂ ਮੰਦਰ ਕੋ ਥਾਮੇ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸਥੰਭਨ, ਮਨ ਨੂੰ ਥੰਮੀ ਦਿੰਦਾ, ਤਗੜਾ ਕਰਦਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗੁਰਦੇਵ ਜੀ ਕਹਿਣ ਲੱਗੇ ਨੇ ਤੇਰੇ ਬਰਾਬਰ ਦੀ ਕੋਈ ਹਸਤੀ ਨਹੀਂ ਲੱਭੀ। ਲੱਭਣ ਵਾਸਤੇ ਜ਼ੋਰ ਲਾਉਂਦੇ ਰਹੇ ਸਾਰੇ, ਸਭ ਕੀਮਤ ਮਿਲ ਕੀਮਤ ਪਾਈ। ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਵੀ ਤੇਰੇ ਬਰਾਬਰ ਦੀ ਕੋਈ ਲੱਭ ਸਕੀ ਜਿਹਦੀ ਅਸੀਂ ਕੀਮਤ ਦੇ ਕੇ ਇੱਦਾਂ ਅਸੀਂ ਪਾ ਸਕੀਏ ਉਹਨੂੰ। ਤਾਂ ਹੀ ਪੁੱਠੇ ਬਣੇ ਤੁਰੇ ਸੀ ਉਹ ਸਾਰੇ। ਗਿਆਨੀ ਗਿਆਨਵਾਨ, ਧਿਆਨੀ ਧਿਆਨਵਾਨ, ਗੁਰ ਹਾਈ, ਵੱਡੇ ਆਪਣੇ ਗੁਰ ਭਾਈਆਂ ਗਿਆਨੀਆਂ ਨੇ ਧਿਆਨੀਆਂ ਦੇ ਨਾਲ ਮਿਲ ਕੇ ਇੱਦਾਂ ਇਕੱਠੇ ਹੋ ਕੇ ਵੀ ਆਪਾਂ ਲੱਭੀਏ, ਤੁਸੀਂ ਕੋਸ਼ਿਸ਼ ਤੇ ਕਰੀਏ। ਹੁਣ ਧਿਆਨ ਕਿਹੜਾ ਇੱਥੇ? ਧਿਆਨ ਲਾ ਕੇ ਬੈਠੇ ਸੀ, ਵੇਖਣਾ ਸੀ ਕਿੱਥੋਂ ਤੱਕ ਹੈ। ਗਿਆਨੀ ਉੱਥੇ ਗਿਆਨੀ
ਆਪਣਾ ਆਪਣਾ ਗਿਆਨ ਚੱਕੀ ਫਿਰਦੇ ਸੀ। ਘੜਿਆ ਘੜਾਇਆ ਗਿਆਨ ਵੀ ਕਈ ਵਾਰੀ ਭੁਲੇਖਾ ਪੈ ਜਾਂਦਾ ਬੰਦੇ ਨੂੰ। ਇੱਦਾਂ ਦੀਆਂ ਕਹਾਣੀਆਂ। ਹੁਣ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਉੱਤੇ ਸ਼ੱਕ ਹੈ, ਉਹ ਇੱਦਾਂ ਕਹਿੰਦੇ ਸਾਰੀ ਕਾਇਨਾਤ, ਹੁਣ ਕਿਹੜਾ ਗਿਆਨ ਜੀ? ਇੱਥੇ ਚੋਰ ਵੀ ਚੋਰੀ ਕਰੀ ਜਾਂਦਾ ਹੈ, ਬੇਈਮਾਨੀਆਂ ਵੀ ਹੋ ਰਹੀਆਂ ਨੇ। ਜਿਨ੍ਹਾਂ ਨੂੰ ਭੁਲੇਖਾ ਉਹ ਮੰਨੀ ਜਾਣ। ਸਾਨੂੰ ਤਾਂ ਮੁਕੰਮਲ ਵਿਸ਼ਵਾਸ ਹੈ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਮੁਕੰਮਲ ਗਿਆਨ ਹੈ, ਜਿਹਦੇ ਨਾਲ ਮਨੁੱਖ ਨੇ ਸਚਿਆਰੇ ਬਣਨਾ ਹੈ। ਬਸ ਗੱਲ ਇੱਥੇ ਨਿਬੜ ਜਾਂਦੀ ਹੈ। ਉਹਨਾਂ ਨੂੰ ਸ਼ੱਕ ਪੈਣ ਲੱਗ ਪੈਂਦਾ। ਅੱਛਾ, ਪਾਤਸ਼ਾਹ ਸਿੱਧੀ ਗੱਲ ਕਹਿੰਦੀ ਹੈ। ਗੁਰਦੇਵ ਜੀ ਕਹਿੰਦੇ ਨੇ, ਗਿਆਨੀ ਧਿਆਨੀ ਗੁਰ ਹਾਈ, ਕਹਿਣ ਨਾ ਜਾਈ। ਕਿੰਨੇ ਪਿਆਰੇ ਸ਼ਬਦ ਵਰਤੇ। ਤੇਰੀ ਤਿਲ ਵਡਿਆਈ। ਵੱਡੇ ਵੱਡੇ ਗਿਆਨੀ, ਆਪਣੇ ਆਪ ਨੂੰ ਗਿਆਨਵਾਨ ਕਹਿਣ ਵਾਲੇ, ਤੇ ਧਿਆਨੀ ਧਿਆਨ ਲਾਉਣ ਵਾਲੇ, ਗੁਰ ਹਾਈ, ਉਹਨਾਂ ਦੇ ਗੁਰ ਭਾਈ ਇਕੱਠੇ ਹੋ ਕੇ ਇੱਦਾਂ ਕਹਿੰਦੇ, ਸਾਰੇ ਰਲ ਕੇ ਇੱਦਾਂ ਰਲ ਕੇ ਕਹਿੰਦੇ ਆਪਾਂ ਹੁਣ ਕਰੀਏ, ਹੰਬੜਾ ਮਾਰੀਏ, ਇੱਦਾਂ ਦੱਸੀਏ ਇੱਕ ਦੂਜੇ ਨੂੰ। ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਕਿੰਨਾ ਕੁ ਹੁੰਦਾ ਭਲਾ? ਹੁਣ ਇੱਦਾਂ ਚੁਟਕੀ ਭਰੀਏ ਨਾ, ਚੁਟਕੀ ਭਰੀਏ ਤੇ ਕਿੰਨੇ ਤਿਲ ਆ ਜਾਂਦੇ ਆ। ਇੱਕ ਤਿਲ ਜਿੰਨੀ ਵੀ ਵਡਿਆਈ ਨਹੀਂ ਬਿਆਨ ਕਰ ਸਕੇ, ਦੱਸ ਸਕਣ ਇੱਦਾਂ ਵੀ ਕਿੱਡਾ ਵੱਡਾ। ਇਹਦਾ ਅਰਥ ਉਹ ਗਲਤ ਰਸਤੇ ਪੈ ਗਏ। ਟਾਰਗੇਟ ਇਹ ਨਹੀਂ ਸੀ। ਟਾਰਗੇਟ ਹੈ ਤੂੰ ਆਪਣੇ ਆਪ ਨੂੰ ਸਵਾਰ। ਹੁਣ ਇੱਕ ਸਧਾਰਨ ਜਿਹਾ ਬੰਦਾ ਕਵੇ ਮੈਂ ਡਾਕਟਰ ਦੀ ਅੰਤ ਤੱਕ ਜਾ ਕੇ ਵੇਖਣਾ, ਕਹਿੰਦਾ ਕੀ ਕਰ ਲੇਂਗਾ ਭਰਾਵਾ? ਮੈਨੂੰ ਇਹਦੇ ਪਿੱਛੇ ਬੜਾ ਟਾਈਮ ਲੱਗਾ ਹੈ, ਵਕਤ ਲੱਗਾ ਮੈਨੂੰ। ਨਾਲੇ ਤੇਰਾ ਮਕਸਦ, ਹਰ ਦੁਨੀਆ ਦਾ ਬੰਦਾ ਡਾਕਟਰ ਨਹੀਂ ਬਣ ਸਕਦਾ, ਹਰ ਦੁਨੀਆ ਦਾ ਬੰਦਾ ਇੰਜੀਨੀਅਰ ਤੇ ਪਾਇਲਟ ਨਹੀਂ ਬਣ ਸਕਦਾ। ਹੁਣ ਇਹਦਾ ਅਰਥ ਨਹੀਂ ਵੀ ਅਸੀਂ ਆਪਾਂ ਕਿਸੇ ਨੂੰ ਨੈਗੇਟਿਵ ਵਿਚਾਰ ਦੇ ਰਹੇ ਹਾਂ। ਕੁਦਰਤੀ ਗੱਲ ਹੈ। ਹੁਣ ਜਿਹਦੀ ਪਹੁੰਚ ਹੀ ਵਿਚਾਰੇ ਦੀ ਨਹੀਂ ਹੈਗੀ, ਉਹਨੂੰ ਇਹ ਕਿਹਾ ਜਾਂਦਾ ਭਲਿਆ ਤੂੰ ਪਲੇਨ 'ਚ ਬਹਿ ਕੇ ਸਫ਼ਰ ਤੇ ਕਰ ਸਕਦਾ ਨਾ, ਤੂੰ ਡਾਕਟਰ ਦੀ ਦੱਸੀ ਹੋਈ ਦਵਾਈ ਨਾਲ ਠੀਕ ਤੇ ਹੋ ਸਕਦਾ ਹੈ ਨਾ। ਤੂੰ ਆਪਣੇ ਆਪ ਨੂੰ ਤਗੜਾ ਕਰ, ਹਿੰਮਤ ਕਰ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ। ਤੂੰ ਸਾਹਿਬ ਨੇ ਇੱਦਾਂ ਦੇ ਪਿਆਰੇ ਵਿਚਾਰ ਦੇ ਕੇ ਬਖਸ਼ਿਸ਼ ਕੀਤਾ ਸਾਨੂੰ ਕਿ ਭਲਿਆ ਇੱਥੇ ਬੜੇ ਵੱਡੇ ਲੋਕ ਆਪਣੇ ਆਪ ਨੂੰ ਗਿਆਨ ਵੰਡਣ ਦਾ ਦਾਅਵਾ ਕਰਨ ਵਾਲੇ, ਤੇ ਕਈਆਂ ਨੂੰ ਇੰਝ ਲੱਗਦਾ ਵੀ ਬੰਦੇ ਦੀ ਸੁਰਤ ਵਿੱਚੋਂ ਨਿਕਲੀ ਹੋਈ ਜਿਹੜੀ ਵਿਚਾਰ ਹੈ ਉਹ ਵੱਡੀ ਹੈ, ਤੇ ਗੁਰੂ ਦੀ ਸੁਰਤ ਵਿੱਚੋਂ ਨਿਕਲਿਆ ਹੋਇਆ ਗਿਆਨ ਛੋਟਾ ਹੈ। ਗਿਆਨ ਛੋਟਾ। ਉਹ ਲੋਕ ਨੇ ਜਿਹੜੇ ਅੱਜ ਕਿਤੇ ਗੁਰਬਾਣੀ ਦੀਆਂ ਤੁਕਾਂ 'ਤੇ ਪਾਬੰਦੀਆਂ ਲਾ ਦਿਓ। ਕਿਉਂ ਭਲਾ? ਹੁਣ ਲੱਗਦਾ ਬਾਣੀ ਤੁਕ ਸਿੱਧੀ ਸਾਡੇ 'ਤੇ ਢੁਕਦੀ ਹੈ, ਚੀਰ ਹਰਨ ਕਰਦੀ ਹੈ ਸਾਡਾ। ਉਹ ਲੋਕ ਨੇ। ਇੱਥੇ ਕਈ ਤਰ੍ਹਾਂ ਦੀਆਂ ਕੈਟਾਗਰੀਆਂ ਆਈਆਂ, ਕਈ ਤਰ੍ਹਾਂ ਦੇ ਕਈ ਲੋਕ ਆਏ ਜਿਹਨਾਂ ਨੂੰ ਕੋਈ ਕਿਸੇ ਗੱਲ 'ਤੇ ਸ਼ੱਕ ਕਰਦਾ ਸੀ, ਕੋਈ ਕਿਸੇ ਗੱਲ 'ਤੇ ਸ਼ੱਕ ਕਰਦਾ ਸੀ, ਕਿ ਦੂਜਿਆਂ ਨੂੰ ਕਹੀ ਜਾਣਾ ਜੀ ਇਹ ਤਾਂ ਵਿਪਰਵਾਦ ਨੇ, ਜੀ ਇਹ ਤਾਂ ਪਖੰਡਵਾਦ ਦੇ ਬੜਾਵਾ ਦੇ ਰਹੇ ਨੇ। ਆਪ ਸਾਰਾ ਕੁਝ ਉੱਥੇ ਦਾ ਉੱਥੇ ਧਰਿਆ ਧਰਾਇਆ। ਫਿਰ ਗੱਲ ਨੂੰ ਸਮਝਣਾ, ਪਾਤਸ਼ਾਹ ਕਿਹੜੇ ਪਿਆਰੇ ਵਿਚਾਰ ਦੇ ਰਹੇ ਨੇ। ਕਹਿੰਦੇ ਗਿਆਨੀ ਧਿਆਨੀ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਜਿੰਨੀ ਵੀ ਤੇਰੀ ਮਹਿਮਾ ਨਹੀਂ ਬਿਆਨ ਕਰ ਸਕੇ। ਕਿਹੜੀ ਮਹਿਮਾ ਭਲਾ? ਭਾਵ ਅੰਤ ਦੱਸਣ ਦੀ ਕੋਸ਼ਿਸ਼। ਮੈਂ ਦੱਸਾਂਗਾ ਉਹ ਕਿੱਡਾ ਵੱਡਾ ਹੈ, ਕਿੰਨਾ ਉਹਦਾ ਵਿਸਤਾਰ। ਬਸ ਇੱਥੋਂ ਤੱਕ, ਇਹ ਤੋਂ ਅੱਗੇ ਨਹੀਂ। ਹੁਣ ਇੱਥੇ ਇਹਦਾ ਮਤਲਬ ਇਹ ਹੈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਦਾ ਅਰਥ ਵਾ ਵੀ ਹੁਣ ਦੱਸ ਦੇਣਾ ਵੀ ਇਹ ਤੋਂ ਅੱਗੇ ਹੈ ਹੀ ਨਹੀਂ। ਹੁਣ ਬਸ ਇਹ ਐਂਡ ਹੈ, ਇੱਦਾਂ ਨਹੀਂ ਹੋਣਾ। ਉਹ ਤਾਂ ਪਤਾ ਹੀ ਨਹੀਂ, ਬੇਅੰਤ ਪਸਾਰਾ। ਤਾਂ ਹੀ ਕਿਹਾ ਸੀ ਉਹ ਤੇ ਮਹਾਰਾਜ ਤੁਹਾਡਾ ਇੰਨਾ ਪਸਾਰਾ, ਇਹਦੇ ਬਾਰੇ ਕੋਈ ਬਿਆਨ ਕਰ ਹੀ ਨਹੀਂ ਸਕਦਾ। ਇੱਥੇ ਕੀਤੇ ਹੋਰ ਕਰੇ, ਜਿੰਨਾ ਕੁਝ ਪਹਿਲਾਂ ਪਸਾਰਾ ਇੰਨੇ ਹੋਰ ਹੋ ਜਾਣ, ਇਹ ਵੀ ਨਹੀਂ ਮਹਾਰਾਜ ਅੰਤ ਪੈ ਸਕਦਾ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਤਾਂ ਇੱਦਾਂ ਕਹਿੰਦਾ ਨਾ, ਮੈਂ ਤੁਹਾਡੀ ਕੁਦਰਤ ਤੋਂ ਕੁਰਬਾਨ ਜਾਨਾ। ਇਹ ਸ਼ਬਦ ਵੀ ਮੈਨੂੰ ਛੋਟਾ ਲੱਗੀ ਜਾਂਦਾ, ਤੇ ਬਿਆਨ ਕਰਨਾ ਤੇ ਬਹੁਤ ਵੱਡੀ ਗੱਲ। ਅੱਗੇ ਕਹਿੰਦੇ ਨੇ ਸਭ ਸੱਤ, ਸਾਰੇ ਚੰਗੇ ਕੰਮ, ਸਭ ਤਪ, ਜਿੰਨੇ ਤਪ ਕੀਤੇ ਨੇ, ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਜਿੰਨੇ ਚੰਗੇ ਗੁਣ ਨੇ, ਚੰਗੇ ਕੰਮ ਨੇ। ਕਹਿੰਦੇ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਜਿੰਨੇ ਸਿੱਧ ਲੋਕ, ਵੱਡੇ ਪੁਰਖ, ਉਹਨਾਂ ਦੀਆਂ ਚੰਗੀਆਂ ਵਡਿਆਈਆਂ। ਕਹਿੰਦੇ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ। ਮਾਲਕ ਜੀ ਸੱਚ ਗੱਲ ਇਹ ਸੀ ਵੀ ਤੁਹਾਡੇ ਤੋਂ ਬਿਨਾਂ ਕਿਸੇ ਨੇ ਸਫਲਤਾ ਹਾਸਲ ਨਹੀਂ ਕੀਤੀ। ਆਹ ਜਿਹੜੇ ਲੋਕ ਦਾਅਵਾ ਕਰਦੇ ਸੀ ਨਾ, ਤੁਧ ਵਿਣ, ਹੁਣ ਉਹਨੂੰ ਵਿੱਚੋਂ ਤੁਸੀਂ ਪਾਸੇ ਕਰਕੇ ਸਿੱਧਾ ਲੱਭਣ। ਤਾਂ ਹੀ ਬਾਣੀ 'ਚ ਆਖਿਆ ਸੀ ਨਾ, ਗਿਆਨੀ ਗੁਰ ਬਿਨ ਭਗਤ ਨਾ ਹੋਈ। ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਗੁਰੂ ਦੱਸੇਗਾ ਭਗਤੀ ਕੀ ਹੈ। ਨਹੀਂ ਤੇ ਗੁਰੂ ਤੋਂ ਬਿਨਾਂ ਤੁਸੀਂ ਤੇ ਕਰਮਕਾਂਡਾਂ ਨੂੰ ਭਗਤੀ ਸਮਝ ਲੈਣਾ। ਇੱਥੇ ਕਰਮਕਾਂਡਾਂ ਨੂੰ ਲੋਕ ਭਗਤੀ ਮੰਨੀ ਗਏ। ਆਹ ਡੇਰੇ ਪੰਜਾਬ 'ਚ ਕਿਹੜੇ ਸਿਰ 'ਤੇ ਖੜੇ ਕੀਤੇ ਨੇ? ਇੱਥੇ ਬਾਬਾ ਜੀ ਰੇਤਾ ਦੇ ਉੱਤੇ ਬਹਿ ਕੇ ਤਪ ਕਰਦੇ ਰਹੇ, ਬਾਬਾ ਜੀ ਸ਼ੇਰ ਦੀ ਖੱਲ ਉੱਤੇ ਬਹਿ ਕੇ ਤਪ ਕਰਦੇ ਰਹੇ, ਬਾਬਾ ਜੀ ਇੱਥੇ ਪੈਦਲ ਹੀ ਤੁਰੇ ਫਿਰਦੇ ਰਹੇ। ਇਹਨਾਂ ਗੱਲਾਂ ਦਾ ਹੀ ਲੋਕਾਂ 'ਤੇ ਪ੍ਰਭਾਵ ਪਾ ਛੱਡਿਆ। ਜੇ ਗੁਰੂ ਦੀ ਗੱਲ ਗੁਰੂ ਜੀ ਵਿੱਚ ਹੁੰਦੇ, ਫਿਰ ਲੋਕ ਇੱਦਾਂ ਆਪਣੇ ਕਰਮਕਾਂਡਾਂ ਨੂੰ ਭਗਤੀ ਦਾ ਨਾਂ ਥੋੜ੍ਹਾ ਦਿੰਦੇ। ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਤੇ ਕਰਮ ਮਿਲੇ। ਇੱਥੇ ਕਰਮ ਮੀਨਿੰਗ ਬਖਸ਼ਿਸ਼। ਬਖਸ਼ਿਸ਼ ਮੀਨਿੰਗ ਗੁਰੂ।
ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਕਰਮ ਮਿਲਿਆ ਇਹਨਾਂ ਠਾਕ ਰਹਾਈਆ। ਜਦੋਂ ਗੁਰੂ ਦੇ ਰਸਤੇ ਤੇ ਤੁਰਾਂਗਾ, ਸੱਚ ਵਾਲੇ ਬੰਨੇ ਮੈਂ ਆਪਣੇ ਆਪ ਨੂੰ ਤੋਰਾਂਗਾ। ਠਾਕ ਦਾ ਅਰਥ ਹੈ ਰੋਕ। ਤੇਰੀ ਜ਼ਿੰਦਗੀ 'ਚ ਕੋਈ ਰੁਕਾਵਟ ਆਉਣੀ ਨਹੀਂ, ਤੈਨੂੰ ਕੋਈ ਵਿਸ਼ਾ ਵਕਾਰ ਤੇਰੀ ਜ਼ਿੰਦਗੀ 'ਚ ਰੁਕਾਵਟ ਪਾਏਗਾ ਹੀ ਨਹੀਂ, ਤੂੰ ਸਿੱਧਾ ਤੁਰ ਪਾਏਗਾ। ਕਰਮ ਮਿਲਿਆ ਇਹਨੇ ਠਾਕ ਰਹਾਈਆ। ਕਹਿੰਦੇ ਆਖਣ ਵਾਲਾ ਕਿਆ ਵਿਚਾਰਾ। ਆ ਜਿੰਨੇ ਆਖਣ ਵਾਲੇ ਨੇ ਇਹ ਵਿਚਾਰੇ ਕੀ ਤੈਨੂੰ ਬਿਆਨ ਕਰ ਸਕਦੇ। ਮੰਨ ਲਓ ਤੁਸੀਂ ਤੇ ਇੰਨੇ ਵੱਡੇ ਜੇ, ਗੈਰ ਗੰਭੀਰਾ ਜੋ ਜੇ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰ। ਸਿਫਤਾਂ ਨਾਲ ਤੁਹਾਡੇ ਭੰਡਾਰ ਭਰੇ ਪਏ ਨੇ। ਹੁਣ ਚਲੇ ਜਾਓ ਰਹਾਉ ਦੇ ਬੰਦ 'ਤੇ, ਉੱਥੇ ਕੀ ਕਿਹਾ ਸੀ ਮਹਾਰਾਜ ਨੇ? ਵੱਡੇ ਮੇਰੇ ਸਾਹਿਬਾ, ਇਹ ਮੇਰੇ ਸਾਹਿਬ ਜੀ ਵੱਡੇ ਜੀ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ। ਸਿਫਤੀ ਭਰੇ ਤੇਰੇ ਭੰਡਾਰਾ। ਸਿਫਤਾਂ ਨਾਲ ਤੁਹਾਡੇ ਭੰਡਾਰੇ ਭਰੇ ਪਏ ਨੇ। ਬੇਅੰਤ ਜਿੰਨੇ ਮਰਜ਼ੀ ਕਰੀ ਜਾਓ। ਹੁਣ ਇਹ ਸਿਫਤਾਂ ਦਾ ਭੰਡਾਰ ਮੈਂ ਆਪਣੇ ਵਿੱਚੋਂ ਪ੍ਰਗਟ ਕਰਨਾ ਹੈ। ਤੁਸੀਂ ਨਿਰਭਉ ਜੇ, ਮੈਂ ਉਹ ਨਿਰਭਉ ਵਾਲਾ ਭੰਡਾਰਾ ਆਪਣੇ 'ਚੋਂ ਪ੍ਰਗਟ ਕਰਨਾ ਹੈ। ਤੁਸੀਂ ਨਿਰਵੈਰ ਜੇ, ਇਹ ਨਿਰਵੈਰ ਵਾਲਾ ਭੰਡਾਰਾ ਮੈਂ ਆਪਣੇ 'ਚੋਂ ਪ੍ਰਗਟ ਕਰਨਾ। ਮੇਰੇ 'ਚ ਵੀ ਨਿਰਵੈਰ ਵਾਲਾ ਭੰਡਾਰ। ਅੱਜ ਤੇ ਵੈਰ ਨਾ ਭਰੇ ਪਏ ਆ। ਅੱਜ ਤਾਂ ਭਰਾ ਭਰਾ ਨੂੰ ਵੇਖਣਾ ਪਸੰਦ ਨਹੀਂ ਕਰਦਾ, ਦੋਸਤ ਦੋਸਤ ਨੂੰ ਵੇਖਣਾ ਪਸੰਦ ਨਹੀਂ ਕਰਦਾ। ਠੱਗੀਆਂ ਬੇਈਮਾਨੀਆਂ ਕਿਹਨਾਂ ਲਈ ਕਿੱਥੇ ਵੱਜ ਰਹੀਆਂ ਨੇ? ਜਿੰਨੇ ਕੈਮਰੇ ਲੱਗੇ ਨੇ ਇਹ ਪਸ਼ੂਆਂ ਮੱਝਾਂ ਗਾਵਾਂ ਲਈ ਲੱਗੇ ਨੇ ਕਿਤੇ? ਜੇ ਕਿਤੇ ਜਾਨਵਰ ਸਾਰੇ ਇਕੱਠੇ ਹੋ ਕੇ ਯੂਨੀਅਨ ਬਣਾ ਲੈਣ, ਨੂੰ ਕਹਿਣਾ ਬੰਦੇ ਹੋ ਆਪਣੇ ਆਪ ਨੂੰ ਤੁਸੀਂ ਧਰਮੀ ਅਖਵਾਉਂਦੇ ਜੇ, ਧਰਤੀ ਦੇ ਸਰਦਾਰ ਅਖਵਾਉਂਦੇ ਜੇ, ਕੋਈ ਕੈਮਰਾ ਸਾਡੇ ਲਈ ਲੱਗਾ? ਕਿਸੇ ਦੁਕਾਨ 'ਚੋਂ ਅਸੀਂ ਜਾ ਕੇ ਚੋਰੀ ਕਰਦੇ ਹਾਂ? ਆ ਕੈਮਰੇ ਤੁਹਾਡੇ ਲਾਉਣੇ ਪਏ ਨੇ। ਦੁਕਾਨਾਂ 'ਤੇ ਛੱਡੋ, ਗੁਰਦੁਆਰਿਆਂ 'ਚ ਲਾਉਣੇ ਪਏ ਜਿੱਥੋਂ ਸਿੱਖਿਆ ਲੈਣ ਜਾਂਦੇ ਜੀ, ਉੱਥੇ ਵੀ ਲਾਏ ਨੇ। ਤੇ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਮੇਰੇ ਵਰਗਾ ਸਿਆਣਾ ਕੋਈ ਨਹੀਂ। ਕੀ ਸ਼ਬਦ ਵਰਤੇ ਇੱਥੇ ਗੁਰਦੇਵ ਜੀ ਨੇ? ਕਹਿੰਦੇ ਬੰਦਿਆ ਸੂਝ ਲੈ ਲਾ, ਸਮਝ ਲੈ ਲਾ। ਸਿਫਤੀ ਭਰੇ ਤੇਰੇ ਭੰਡਾਰਾ। ਤੇਰੇ ਅੰਦਰ ਸਿਫਤ ਸਲਾਹ ਦੇ ਭੰਡਾਰੇ ਭਰੇ ਪਏ ਨੇ। ਇਹ ਗੁਣੇ ਚੰਗਿਆਈਆਂ ਆਪਣੇ 'ਚੋਂ ਪ੍ਰਗਟ ਕਰਨੀਆਂ ਨੇ। ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇ, ਜਿਸ ਨੂੰ ਇਹ ਗੁਣਾਂ ਦਾ ਭੰਡਾਰਾ ਮਿਲ ਜਾਂਦਾ, ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ, ਤਿਸੇ ਕਿਆ ਚਾਰਾ। ਉਹਦੇ 'ਤੇ ਫਿਰ ਕਿਸੇ ਦਾ ਜ਼ੋਰ ਕਿੱਦਾਂ ਚੱਲੂ ਬਈ? ਕੋਈ ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਨਿਵਰੈ ਦੂਤ ਦੁਸ਼ਟ ਬੈਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾ ਕਰੇ ਕੋਈ ਬੇਚਾਰਾ। ਕਿਸੇ ਵਕਾਰ ਦੀ ਹੁਣ ਇਹਦੇ ਸਾਹਮਣੇ ਪੇਸ਼ ਕਿੱਦਾਂ ਜਾਊਗੀ? ਜਿਸ ਤੂੰ ਦੇ ਤਿਸੇ ਕਿਆ ਚਾਰਾ। ਤੇ ਨਾਨਕ ਸੱਚ ਸਵਾਰਨ ਵਾਲਾ, ਕਿਉਂਕਿ ਉਹਨੂੰ ਸੱਚੇ ਨੇ ਸਵਾਰ ਦਿੱਤਾ। ਹੁਣ ਸਾਡਾ ਟਾਰਗੇਟ ਹੈ ਉਹ ਸੱਚ ਨਾਲ ਜੁੜ ਕੇ ਮੈਂ ਆਪਣੇ ਆਪ ਨੂੰ ਸਵਾਰਨਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੇ ਜਿਨੇ ਉਬਾਰਿਆ। ਬਸ ਆ ਚੇਤਾ ਰੱਖ, ਆਪਣੇ ਆਪ ਨੂੰ ਇਹ ਚੇਤਾ ਰੱਖਣਾ ਜਿਹੜੀ ਗੱਲ ਇੱਥੇ ਗੁਰ, ਜਿਨ ਤੂੰ ਜਿਹਨੇ ਸਾਨੂੰ ਪੈਦਾ ਕੀਤਾ ਹੈ। ਨਾਨਕ ਸੱਚ ਸਵਾਰਨ ਹਾਰਾ। ਉਹ ਸੱਚ ਸਵਾਰਨਾ, ਸੱਚ ਨਾਲ ਜੁੜ ਕੇ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਬਸ ਸਾਡਾ ਮਕਸਦ ਇਹ ਹੈ ਅਸੀਂ ਸੱਚ ਨਾਲ ਜੁੜ ਕੇ ਸੱਚ ਦੀ ਵਿਚਾਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਜ਼ਿੰਦਗੀ ਨੂੰ ਸਵਾਰਨ ਵਾਲਾ। ਹੁਣ ਤੁਸੀਂ ਵੇਖੋ, ਜਿਹੜਾ ਬੰਦਾ ਬਾਹਰੀ ਤੌਰ 'ਤੇ ਮੇਕਅਪ ਕਰਦਾ, ਉਹਦਾ ਸਾਰਾ ਮਟੀਰੀਅਲ ਬਾਹਰ ਪਿਆ। ਇੱਦਾਂ ਸਮਝੋ, ਤਨ ਨੂੰ ਸੁੰਦਰ ਬਣਾਉਣ ਵਾਲਾ ਜਿੰਨਾ ਸਮਾਨ ਬਾਹਰ ਪਿਆ, ਬਣਦਾ ਕਿਸੇ ਫੈਕਟਰੀ 'ਚ ਹੈ, ਵੇਚਣ ਵਾਲਾ ਕੋਈ ਹੈ, ਖਰੀਦਣ ਵਾਲਾ ਕੋਈ ਹੈ, ਲੈ ਕੇ ਕੋਈ ਹੋਰ ਆ ਰਿਹਾ ਹੈ, ਮੇਕਅਪ ਕੋਈ ਹੋਰ ਕਰ ਰਿਹਾ, ਭਾਵੇਂ ਔਰਤ ਹੈ ਅਤੇ ਭਾਵੇਂ ਮਰਦ ਹੈ। ਮੈਂ ਤਨ ਦੀ ਗੱਲ ਕਰ ਰਿਹਾ। ਮਨ ਨੂੰ ਖੂਬਸੂਰਤ ਬਣਾਉਣ ਵਾਲਾ ਜਿੰਨਾ ਵੀ ਮਟੀਰੀਅਲ ਪਿਆ, ਉਹ ਬੰਦਿਆ ਤੇਰੇ ਅੰਦਰ ਪਿਆ। ਦੇਖ ਲਓ ਤੁਸੀਂ, ਮਨ ਨੂੰ ਸੁੰਦਰ ਬਣਾਉਣ ਵਾਲਾ ਹਰ ਇੱਕ ਦੇ ਅੰਦਰ ਸਮਾਨ ਆਪੇ ਪਿਆ। ਤੁਸੀਂ ਜਿੰਨਾ ਮਨ ਨੂੰ ਬਦਸੂਰਤ ਬਣਾਉਣਾ ਇਹ ਤੁਹਾਡੀ ਮਰਜ਼ੀ ਹੈ, ਜਿੰਨਾ ਮਨ ਨੂੰ ਖੂਬਸੂਰਤ ਬਣਾਉਣਾ ਇਹ ਸਾਡੀ ਮਰਜ਼ੀ ਹੈ। ਮਨ ਖੂਬਸੂਰਤ ਹੋਵੇ ਤਾਂ ਕਿੱਦਾਂ ਕਹਿੰਦੇ ਨੇ? ਠੀਕ ਹੈ, ਰੰਗ ਦਾ ਕਾਲਾ ਹੈ ਜੀ, ਰੰਗ ਸਾਂਵਲਾ ਹੈ ਜੀ ਉਹਦਾ ਭਾਵੇਂ, ਪਰ ਮਨ ਬੜਾ ਕਮਾਲ ਦਾ। ਇੱਦਾਂ ਨਹੀਂ ਕਹਿੰਦੇ ਅਗਲੇ, ਇੱਦਾਂ ਨਹੀਂ ਕਹਿੰਦੇ ਉਹ ਭਾਈ ਰੰਗ ਹੀ ਚਿੱਟਾ ਹੈ ਭਾਵੇਂ ਲੜਕਾ ਅਤੇ ਲੜਕੀ ਹੈ, ਮਨ ਤੇ ਅੰਦਰੋਂ ਕਾਲਾ ਹੈ, ਨੈਣ ਨਕਸ਼ ਬੜੇ ਤਿੱਖੇ ਨੇ ਪਰ ਅੰਦਰੋਂ ਤੇ ਬਦਸੂਰਤ ਹੈ। ਤੋ ਮਨ ਨੂੰ ਖੂਬ ਤਾਂ ਹੀ ਆਖਿਆ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਨਾਨਕ ਸੱਚ ਸਵਾਰਨ ਹਾਰਾ। ਤੋ ਇਹ ਜਿਹੜਾ ਆਸਾ ਰਾਗ ਦਾ ਸ਼ਬਦ ਸੋਦਰ ਦੀ ਬਾਣੀ ਦਾ ਦੂਸਰਾ ਸ਼ਬਦ ਅੱਜ ਆਪਾਂ ਵਿਚਾਰਿਆ, ਇਹਦਾ ਰਹਾਉ ਦਾ ਬੰਦ ਆਪਾਂ ਸੁਣ ਚੁੱਕੇ ਹਾਂ ਵੀ ਸੁਣ ਵੱਡਾ ਆਖੇ, ਸੁਣ ਕੇ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿ ਜਾਏ, ਕਹਿਣੇ ਵਾਲੇ ਤੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਰਹਾਉ ਦਾ ਬੰਦਾ ਹੈ, ਵੱਡੇ ਮੇਰੇ ਸਾਹਿਬਾ, ਹੇ ਮੇਰੇ ਸਾਹਿਬ ਜੀ, ਹੇ ਮੇਰੇ ਵੱਡੇ ਸਾਹਿਬ ਜੀ, ਗੁਣੀ ਗਹੀਰਾ, ਤੁਸੀਂ ਗੁਣਾਂ ਦੇ ਖਜ਼ਾਨੇ ਜੇ। ਦੇਖੋ ਤਾਂ ਹੀ ਉਹਨੂੰ ਗੁਣੀ ਨਿਧਾਨ ਕਿਉਂ ਕਿਹਾ ਵੀ ਉਹ ਗੁਣਾਂ ਦਾ ਮਾਲਕ ਹੈ। ਇਹ ਗੁਣ ਆਪਣੇ ਵਿੱਚੋਂ ਪ੍ਰਗਟ ਕਰ। ਨਿਰਭਉ ਜਪੈ ਸਗਲ ਭਉ ਮਿਟੈ,
ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਤਾਂ ਉਹਨੂੰ ਗੁਣੀ ਤਾਂ ਕਿਹਾ ਸੀ ਗੁਣ ਗੋਬਿੰਦ ਗਾਇਓ ਨਹੀਂ। ਨਵੇਂ ਪਾਤਸ਼ਾਹ ਨੂੰ ਕਿਉਂ ਕਹਿਣਾ ਪਿਆ ਸੀ? ਤੁਸੀਂ 1426 ਅੰਕ 'ਤੇ ਜਦੋਂ ਨਵੇਂ ਪਾਤਸ਼ਾਹ ਦੇ ਸਲੋਕ ਸ਼ੁਰੂ ਹੁੰਦੇ ਨੇ ਉੱਥੇ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਗੋਬਿੰਦ ਦੇ ਗੁਣ ਜਨਮ ਔਕਾਰਤ ਕੀਨ, ਤੂੰ ਆਪਣਾ ਜਨਮ ਔਕਾਰਤ ਗਾ ਲਿਆ। ਹੁਣ ਗੋਬਿੰਦ ਦੇ ਗੁਣ ਗਾਉਣ ਦਾ ਅਰਥ ਕੀ ਹੈ? ਉਹ ਗੁਣ, ਉਹ ਚੰਗਿਆਈ ਮੈਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨੀ। ਬਸ ਆ ਚੇਤਾ ਰੱਖਣਾ। ਇਹ ਸ਼ਬਦ ਵਿੱਚ ਉਹਨਾਂ ਦਾ ਨਾਂ ਲੈਤਾ ਜਿਹੜੇ ਗਿਆਨੀ ਆਪਣੇ ਆਪ ਨੂੰ ਅਖਵਾਉਂਦੇ ਸੀ, ਜਿਹੜੇ ਧਿਆਨ ਲਾਉਣ ਵਾਲੇ ਸੀ, ਜਿਹੜੇ ਆਪਣੇ ਆਪ ਨੂੰ ਕਿ ਸਾਡੇ ਵਿੱਚ ਆ ਕੁਆਲਿਟੀ ਹੈ। ਤਾਂ ਹੀ ਗ੍ਰਸਤੀਆਂ ਕੋਲੋਂ ਲੰਬਾ ਟਾਈਮ ਮੱਥੇ ਵੀ ਤਾਂ ਹੀ ਟਿਕਾਏ ਨਾ। ਅੱਜ ਵੀ ਤੁਸੀਂ ਵੇਖੋ ਗ੍ਰਸਤੀ ਬੰਦੇ ਹੱਥਾਂ 'ਚ ਫਰੂਟ ਲੈ ਕੇ, ਗ੍ਰਸਤੀ ਬੰਦੇ ਲੈਣਾ ਚਲਾ ਕੇ ਕਿਹਨਾਂ ਦਾ ਇੰਤਜ਼ਾਰ ਕਰ ਰਹੇ ਜੀ? ਵੇਲੜਾਂ ਦਾ, ਜਿਨ੍ਹਾਂ ਨੇ ਸਿਰਫ ਇਹੋ ਪ੍ਰਭਾਵ ਪਾ ਛੱਡਿਆ। ਬਾਬਾ ਜੀ ਪਹੁੰਚੇ ਹੋਏ ਨੇ, ਬਾਬਾ ਜੀ ਲੰਬਾ ਚੌੜਾ ਪਾਉਂਦੇ ਨੇ, ਬਾਬਾ ਜੀ ਗਲ 'ਚ ਹਜ਼ੂਰੀਆ ਪਾਉਂਦੇ ਨੇ, ਬਾਬਾ ਜੀ ਦੇ ਦਰਸ਼ਨ ਕਰੀਏ ਤੇ ਤਨ ਮਨ ਯਾਰ। ਜਿਨ੍ਹਾਂ ਨੂੰ ਮਾਂ ਦੇ ਦਰਸ਼ਨ ਕੀਤਿਆਂ ਕ੍ਰੋਧ ਚੜ੍ਹਦਾ ਹੈ, ਜਿਨ੍ਹਾਂ ਨੂੰ ਪਿਓ ਵੇਖ ਕੇ ਤੇ ਗੁੱਸਾ ਆਉਂਦਾ ਹੈ, ਤੇ ਸ਼ੁਕਰ ਨਿੱਕੇ ਨਿੱਕੇ ਜਵਾਕ ਬਾਬਿਆਂ ਦੇ ਦਰਸ਼ਨ ਕੀਤੇ ਕਹਿੰਦੇ ਮਨ ਠੰਡਾ ਹੋ ਜਾਂਦਾ ਹੈ। ਇਹਦਾ ਅਰਥ ਤੁਸੀਂ ਇਹ ਮੰਨ ਲਿਆ ਵੀ ਇਹ 'ਚ ਰੱਬ ਹੈਗਾ, ਮਾਂ 'ਚ ਰੱਬ ਹੈ ਹੀ ਨਹੀਂ, ਪਿਤਾ 'ਚ ਰੱਬ ਹੈ ਹੀ ਨਹੀਂ, ਭੈਣਾਂ ਭਰਾਵਾਂ 'ਚ ਰੱਬ ਹੈ ਹੀ ਨਹੀਂ। ਇਹੋ ਕੜ ਤੋੜੇ ਸੀ ਮਹਾਰਾਜ ਨੇ। ਆਓ ਵਹਿਮਾਂ 'ਚੋਂ ਨਿਕਲੋ, ਸੱਚ ਦੀ ਵਿਚਾਰ ਨਾਲ ਜੁੜੋ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖੋ ਜੋ ਸਾਨੂੰ ਗੁਰੂ ਪਾਤਸ਼ਾਹ ਦੀ ਬਾਣੀ ਸਿਖਾ ਰਹੀ ਹੈ। ਸੋਦਰ ਦੀ ਬਾਣੀ ਆਪਾਂ ਰੋਜ਼ਾਨਾ ਆਪਣੇ ਘਰਾਂ ਵਿੱਚ ਪੜ੍ਹਦੇ ਹਾਂ। ਕੋਸ਼ਿਸ਼ ਕਰੋ ਇਹਦੇ ਨਾਲ ਨਾਲ ਅਰਥ ਭਾਵ ਸਮਝਣ ਦੀ ਕੋਸ਼ਿਸ਼ ਕਰੋ। ਇਸ ਸ਼ਬਦ ਵਿੱਚ ਗੁਰਦੇਵ ਨੇ ਉਹਨਾਂ ਸਾਰਿਆਂ ਦਾ ਨਾਂ ਲੈਤਾ ਜਿਹੜੇ ਆਪਣੇ ਆਪ ਨੂੰ ਦਾਅਵਾ ਕਰਦੇ ਸੀ ਸਾਡੇ ਵਰਗਾ ਗਿਆਨੀ ਕੋਈ ਨਹੀਂ, ਸਾਡੇ ਵਰਗਾ ਧਿਆਨੀ ਕੋਈ ਨਹੀਂ, ਅਸੀਂ ਤਾਂ ਇੱਕਮਿਕ ਹੋਏ ਪਏ ਹਾਂ। ਕਹਿੰਦੇ ਇਹ ਕਹਿਣ ਨਾ ਜਾਈ ਤੇਰੀ ਤਿਲ ਜਿੰਨੀ ਵੀ ਉਹਦੀ ਵਡਿਆਈ ਨਹੀਂ ਬਿਆਨ ਕਰ ਸਕੇ। ਜ਼ੋਰ ਬੜੇ ਲਾਏ ਉਹਨਾਂ, ਬੜੇ ਧਿਆਨ ਲਾਏ, ਬੜੇ ਆਪਣੇ ਆਪ ਨੂੰ ਗਿਆਨਵਾਨ ਅਖਵਾਉਣ ਦਾ। ਗਿਆਨ ਕਾਹਦਾ ਸੀ? ਇਹੋ ਗਿਆਨ ਸੀ ਵੀ ਅਸੀਂ ਤਾਂ ਸਮਾਧੀ 3-3 ਘੰਟੇ ਬਾਬਾ ਜੀ ਅੱਖਾਂ ਹੀ ਨਹੀਂ ਖੋਲ੍ਹਦੇ। ਇਸ ਗਿਆਨ ਦਾ ਕੀ ਫਾਇਦਾ? ਇਹ ਪੁੱਛਣਗੇ ਜੀ ਮੈਂ ਬਾਣੀ ਪੜ੍ਹਨਾ, ਮੈਂ ਕਿੱਥੇ ਧਿਆਨ ਜੋੜਾਂ, ਮੈਂ ਕਿੱਧਰ ਧਿਆਨ ਜੋੜਾਂ? ਧਿਆਨ ਇਹ ਜੋੜਨਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸੂਹੀ ਰਾਗ 'ਚ ਕਿਹਾ ਵੀ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਓ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਆਪਣੀ ਕਿਰਤ ਕਮਾਈ ਨੂੰ ਦੁੱਧ ਬਣਾ ਲਾ, ਜੁੜੀ ਹੋਈ ਸੁਰਤ ਨੂੰ ਜਾਗ ਲਾਉਣਾ ਬਣਾ ਲਾ। ਜਿਵੇਂ ਜਾਗ ਲਾਉਣ ਲੱਗਿਆ ਮਾੜੀ ਜਿਹੀ ਕੁਤਾਹੀ ਕੀਤੀ ਹੋਵੇ, ਜਾਂ ਦਹੀਂ ਖੱਟਾ ਬਣਦਾ, ਜਾਂ ਦਹੀਂ ਪਤਲਾ ਬਣਦਾ, ਜਾਂ ਦਹੀਂ ਜਿਹੜਾ ਉਹ ਬੇਸਵਾਦਾ ਜਿਹਾ ਲੱਗਦਾ, ਚੰਗਾ ਨਹੀਂ ਲੱਗਦਾ। ਜਾਗ ਲਾਉਣ ਲੱਗਿਆ ਧਿਆਨ ਰੱਖਣਾ ਪੈਂਦਾ ਵੀ ਕਿੰਨੀ ਜਾਗ ਲਾਉਣੀ ਹੈ ਅਤੇ ਕਿੰਨਾ ਟੈਂਪਰੇਚਰ ਹੋਵੇ ਦੁੱਧ ਦਾ। ਜੁੜੀ ਹੋਈ ਸੁਰਤ ਉਸ ਕਮਾਈ ਨੂੰ ਜਾਗ ਲੱਗਣੀ ਹੈ। ਬਸ ਧਿਆਨ ਰੱਖ ਵੀ ਮੈਂ ਕਿਤੇ ਲੁੱਟ ਤਾਂ ਨਹੀਂ ਰਿਹਾ ਅਗਲੇ ਨੂੰ। ਉਦੋਂ ਧਿਆਨ ਰੱਖ, ਉੱਥੇ ਲੁੱਟਾਂ ਮਾਰੀ ਜਾਓ, ਠੱਗੀਆਂ ਮਾਰੀ ਜਾਓ, ਕਹੋ ਜੀ ਮੈਂ ਤਾਂ 3 ਘੰਟੇ ਇੱਦਾਂ ਧਿਆਨ ਜੋੜਦਾ। ਕਾਹਦੇ 'ਚ ਧਿਆਨ ਜੋੜਦਾ ਬਈ? ਕਿਹੜੀ ਚੀਜ਼ 'ਚ ਧਿਆਨ ਜੋੜਦਾ? ਉਹ ਤਾਂ ਧਿਆਨ ਜੋੜਨ ਵਾਲਿਆਂ ਦਾ ਤਾਂ ਗੁਰਦੇਵ ਨੇ ਸਿੱਧਾ ਕਹਿਤਾ ਵੀ ਅੱਖੀ ਤਾਂ ਮੀਟੇ ਨਾਹਕ ਪਕੜੇ ਠੱਗਣ ਕੋ ਸੰਸਾਰ ਫਾਹੀ ਸੁਰਤ ਮਲੂਕੀ ਵੇ ਸੌਂ ਠਗਵਾੜਾ ਠੱਗੀ ਦੇਸ਼। ਤੋ ਸਾਧ ਸੰਗਤ ਆਸਾ ਰਾਗ ਦਾ ਇਹ ਸ਼ਬਦ ਜਿਸ ਵਿੱਚ ਗੁਰਦੇਵ ਜੀ ਨੇ ਉਸ ਪਰਿਪੂਰਨ ਪਰਮਾਤਮਾ ਜੋ ਬੇਅੰਤ ਗੁਣਾਂ ਦਾ ਮਾਲਕ ਨੇ, ਗੁਰਦੇਵ ਜੀ ਕਹਿੰਦੇ ਨੇ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਿਆ ਤੇਰਾ ਕੀਤਾ ਕੇਵੜ ਚੀਰਾ। ਬਸ ਉਹਦੇ ਨਾਲ ਕਿੱਦਾਂ ਜੁੜਨਾ? ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਦਿੱਤੇ ਤੇ ਉਹਨੇ ਸਭ ਨੂੰ ਹੀ ਨੇ, ਹੁਣ ਮੈਂ ਪ੍ਰਗਟ ਕਰ ਰਿਹਾ ਜਿਸ ਤੂੰ ਦੇ ਤਸੇ ਕਿਆ ਚਾਰਾ ਤੇ ਨਾਨਕ ਸੱਚ ਸਵਾਰਨ ਹਾਰ। ਆਓ ਉਸ ਸੱਚ ਨਾਲ ਆਪਣੇ ਆਪ ਨੂੰ ਸਵਾਰੀਏ, ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਇਹ ਰੋਜ਼ਾਨਾ ਸਮਾਂ ਕੱਢ ਕੇ ਵਕਤ ਕੱਢ ਕੇ ਸੁਣਦੇ ਜੇ। ਅਤੇ ਕੋਸ਼ਿਸ਼ ਕਰੋ ਬਾਣੀ ਆਪ ਪੜ੍ਹੀਏ, ਸਹਿਜ ਪਾਠ ਕਰੀਏ। ਇਹ ਬਾਰ-ਬਾਰ ਮੈਂ ਹਰ ਕਥਾ ਤੋਂ ਬਾਅਦ, ਵਿਚਾਰਾਂ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਵਿਚਾਰ ਸਾਂਝੇ ਕਰਦਾ। ਸਹਿਜ ਪਾਠ ਕਰੋ, ਬਾਣੀ ਖੁਦ ਆਪ ਪੜ੍ਹੋ, ਕਿਸੇ ਦੇ ਮੁਹਤਾਜ ਨਾ ਹੋ। ਗੁਰੂ ਦੀ ਬਾਣੀ ਆਪ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਆਪ ਖੁਦ ਸਵਾਰਨ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਤੁਸੀਂ ਬੜੇ ਟਿਕਾ ਨਾਲ ਬੈਠ ਕੇ ਵਿਚਾਰਾਂ ਨੂੰ ਜਿਹੜਾ ਸਰਵਣ ਕਰਦੇ ਜੇ ਅਤੇ ਸੰਗਤਾਂ ਨੂੰ ਅੱਗੇ ਤੱਕ ਪਹੁੰਚਾਉਣ ਦੀ ਵੀ ਸੇਵਾ ਨਿਭਾ ਰਹੇ ਜੇ। ਆਓ ਬਾਣੀ ਪੜ੍ਹੀਏ, ਸਮਝੀਏ ਅਤੇ ਮਾਣ ਨਾ ਕਹਿ ਸਕੀਏ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਤੇ ਕਰਤ ਨਾ ਲਾਗੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।